ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ। ਟੀਵੀ ਪੰਜਾਬ ਦੇ ਖਾਸ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਪਲੱਥ ਦੇ ਵਿੱਚ। ਵਿਧਾਨ ਸਭਾ ਹਲਕਾ ਪਲੱਥ ਤੋਂ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜੋ 2022 ਦੀ ਇਲੈਕਸ਼ਨ ਇਸ ਵਾਰ ਕਾਂਗਰਸ ਪਾਰਟੀ ਤੋਂ ਲੜਨ ਜਾ ਰਹੇ ਨੇ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਜਗੀਰ ਕੌਰ ਇਸ ਵਾਰ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ। ਪਰ ਵਿਧਾਨ ਸਭਾ ਹਲਕਾ ਪਲੱਥ ਦੇ ਲੋਕ ਕੀ ਚਾਹੁੰਦੇ ਨੇ, ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਕੀ ਨੇ ਜਾਂ ਵੱਡੇ ਮੁੱਦੇ ਕੀ ਨੇ, ਇਹ ਜਾਣਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਪਲੱਥ ਦੇ ਵਿੱਚ। ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਲੋਕਾਂ ਤੋਂ ਮੁੱਦੇ ਜਾਣਾਂਗੇ, ਲੋਕਾਂ ਦੇ ਸਵਾਲ ਲੈ ਕੇ ਸਿਆਸਤਦਾਨਾਂ ਦੇ ਕੋਲ ਜਾਵਾਂਗੇ, ਸਿਆਸਤਦਾਨਾਂ ਤੋਂ ਜਵਾਬ ਲਵਾਂਗੇ, ਕਿਉਂਕਿ ਚੋਣਾਂ ਦੇ ਨੇੜੇ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਨੇ। ਪਰ ਕੀ ਉਹ ਵਾਅਦੇ ਤੇ ਦਾਅਵੇ ਪਲੱਥ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਨਾਲ ਪੂਰੇ ਕੀਤੇ ਨੇ ਜਾਂ ਨਹੀਂ? ਤਾਂ ਉਹ ਚੱਲਦੇ ਹਾਂ ਲੋਕਾਂ ਦੇ ਨਾਲ, ਕਰਦੇ ਹਾਂ ਗੱਲਬਾਤ। ਵੱਡੀਆਂ ਸਮੱਸਿਆਵਾਂ ਕੀ ਸਮਝਦੇ ਹੋ ਪਲੱਥ ਹਲਕੇ ਦੀਆਂ? ਵੱਡੀਆਂ ਸਮੱਸਿਆ ਜੀ ਦੇਖੋ ਜੀ, ਹੁਣ ਤੱਕ ਸਾਡੀ ਦੇਸ਼ ਦੀ ਆਜ਼ਾਦੀ ਨੂੰ ਘੱਟੋ ਘੱਟ 70-75 ਸਾਲ ਹੋ ਚੁੱਕੇ ਆ, ਪਰ ਸਾਡੀ ਮਾਨਸਿਕਤਾ ਦੇਖੋ ਜੀ ਹਜੇ ਵੀ ਗਲੀਆਂ ਨਾਲੀਆਂ ਦੇ ਤੱਕ ਸੀਮਤ ਆ। ਪਰ ਉਹ ਵੀ ਹਜੇ ਤੱਕ ਮਤਲਬ ਸਾਡਾ ਕੋਈ ਹੱਲ ਨਹੀਂ ਹੈਗਾ। ਗਲੀਆਂ ਨਾਲੀਆਂ ਤੱਕ ਵੀ ਦਾ ਕੋਈ ਹੱਲ ਨਹੀਂ। ਪਿਛਲੇ ਸਾਲ ਮੈਂ ਤੁਹਾਨੂੰ ਦੱਸਦਾ ਵਾਂ ਸ਼ੁਰੂਆਤ ਦੀ ਗੱਲ, ਪਿਛਲੇ ਸਾਲ ਦੀ ਜਿਹੜੀ ਅਕਾਲੀ ਸਰਕਾਰ ਸੀ ਉਹਨੇ ਪਲੱਥ ਦਾ ਤਕਰੀਬਨ ਸਾਰਾ ਸੀਵਰੇਜ ਦਾ ਜਿਹੜਾ ਕੰਮ ਕਰਵਾਇਆ ਸੀਗਾ, ਉਹ ਮਟੀਰੀਅਲ ਮਤਲਬ ਇਸ ਤਰੀਕੇ ਨਾਲ ਵਰਤਿਆ ਗਿਆ ਸੀਗਾ ਵੀ ਉਹਦਾ ਨਤੀਜਾ ਅੱਜ 5 ਸਾਲਾਂ ਬਾਅਦ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਨਾ ਤੇ ਉਦੋਂ ਉਹਨਾਂ ਨੇ ਕੋਈ ਚੱਜ ਦਾ ਕੰਮ ਕੀਤਾ ਸੀ ਇਸ ਵਿੱਚ, ਤੇ ਨਾ ਹੁਣ ਮੌਕੇ ਦੀ ਸਰਕਾਰ ਜਿਹੜੀ ਕਾਂਗਰਸੀ ਆ ਇਹਨਾਂ ਨੇ ਕੁਝ ਉਹਦਾ ਹੱਲ ਕੀਤਾ। ਤੁਸੀਂ ਹੁਣ ਭਲੱਥ ਦੇ ਕਿਸੇ ਵੀ ਰੋਡ ਤੇ ਜਾਂ ਗਲੀ 'ਚ ਜਾ ਕੇ ਦੇਖ ਲਓ, ਸਾਰਾ ਸੀਵਰੇਜ ਤਕਰੀਬਨ ਬਲੋਕ ਪਿਆ ਹੈ। ਜਦੋਂ ਬਾਰਿਸ਼ ਦੇ ਦਿਨ ਆਉਂਦੇ, ਇੱਕ ਦਿਨ ਦੀ ਬਾਰਿਸ਼ ਵੀ ਪੈ ਜੇ ਨਾ ਤਾਂ ਉਸ ਦਿਨ ਵੀ ਲੋਕਾਂ ਦੇ ਬਿੱਡਾਂ ਤੱਕ ਪਾਣੀ ਉੱਤੇ ਤੱਕ ਚਲਾ ਜਾਂਦਾ ਹੈ। ਇਹ ਸਾਡਾ ਮਤਲਬ ਲੋਕਲ ਵਿਕਾਸ ਆ ਜਿਹੜਾ ਇਹਨਾਂ ਨੇ ਕੀਤਾ। ਇਸ ਹਲਕੇ ਨੇ ਹਮੇਸ਼ਾ ਇਹ ਦੇਖਣਾ ਹੁੰਦਾ ਕਿ ਕੰਮ ਕੌਣ ਕਰ ਸਕਦਾ ਤੇ ਕੌਣ ਕਰਦਾ। ਬਹੁਤੀਆਂ ਗੱਲਾਂ ਨੂੰ ਪਸੰਦ ਨਹੀਂ ਕਰਦੇ, ਬਹੁਤੇ ਰੌਲੇ ਨੂੰ ਪਸੰਦ ਨਹੀਂ ਕਰਦੇ। ਲੋਕ ਸਾਡੇ ਬੜੇ ਸੂਝਵਾਨ ਹੈ। ਲੋਕ ਇਹ ਮਹਿਸੂਸ ਕਰਦੇ ਆ ਕਿ ਜਿਹੜਾ 24 ਘੰਟੇ ਉਹਨਾਂ 'ਚ ਰਵੇ ਉਹ ਉਹਨਾਂ ਦਾ ਆਪਣਾ, ਕਿਉਂਕਿ ਕਿਸੇ ਵੇਲੇ ਮੁਸੀਬਤ ਬਣ ਜੇ, ਕਿਸੇ ਵੇਲੇ ਲੋੜ ਪੈ ਜੇ, ਉਹ ਪਹੁੰਚ ਸਕਦੇ ਹੈ, ਟੈਲੀਫੋਨ ਕਰ ਸਕਦੇ ਹੈ। ਔਰ ਮੈਂ ਤਾਂ ਹਮੇਸ਼ਾ 24 ਘੰਟੇ ਅਵੇਲੇਬਲ ਹੈ, ਭਾਵੇਂ ਘਰ ਹੋਵਾਂ ਭਾਵੇਂ ਟੈਲੀਫੋਨ 'ਤੇ ਹੋਵਾਂ। ਸੋ ਇਹਨਾਂ ਨੇ ਤਾਂ ਬਣ ਕੇ ਚੱਲ ਜਾਣਾ ਹੁੰਦਾ ਚੰਡੀਗੜ੍ਹ। ਇਸ ਕਰਕੇ ਲੋਕਾਂ ਦਾ ਵਿਸ਼ਵਾਸ ਨਹੀਂ ਇਹਨਾਂ 'ਚ, ਸਿਰਫ ਇਹ ਹੈ ਕਿ ਉਸ ਵੇਲੇ ਹੇਰਾ ਫੇਰੀ ਦੇ ਨਾਲ ਵੋਟ ਜਿਹੜੀ ਸੀ ਉਹ ਪੈ ਗਈ, ਤਾਂ ਪਿਛਲੀ ਵਾਰ ਨੁਕਸਾਨ ਹੋਇਆ। ਹੁਣ ਵੀ ਇਸ ਵੇਲੇ ਮੇਰਾ ਖਿਆਲ ਹੈ ਕਿ 100% ਤੁਸੀਂ ਕਹਿ ਸਕਦੇ ਹੋ ਕਿ ਲੋਕ ਬਿਲਕੁਲ ਜਾਗਰੂਕ ਹੈ। ਲੋਕ ਬੜੇ ਸੂਝਵਾਨ ਸਿਆਣਪ ਨਾਲ ਵੋਟ ਪਾਉਣਗੇ ਅਤੇ ਮੈਨੂੰ ਪੂਰੀ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਦੀ ਨੁਕਸਾਨ ਨਹੀਂ ਪਹੁੰਚਾ ਸਕਦੇ। ਵੀ ਜੀ ਲੋਕ ਕੰਮਾਂ ਦਾ ਜਿਹੜਾ ਹਿਸਾਬ ਲੈਣਗੇ। 10 ਸਾਲ ਸੁਖਪਾਲ ਸਿੰਘ ਖਹਿਰਾ ਹੋਣੀ ਇਸ ਹਲਕੇ ਤੋਂ ਜਿਹੜੇ ਐਮਐਲਏ ਰਹੇ ਨੇ, ਪਰ 15 ਸਾਲ ਤੁਸੀਂ ਵੀ ਇਸ ਹਲਕੇ ਤੋਂ ਐਮਐਲਏ ਰਹੇ ਹੋ। ਪਰ ਬੇਸਿਕ ਜਿਹੜੀਆਂ ਨੀਡਸ ਹੈਗੀਆਂ ਨੇ ਹਾਲੇ ਤੱਕ ਲੋਕਾਂ ਦੀਆਂ ਪੂਰੀਆਂ ਨਹੀਂ ਹੋਈਆਂ। ਬੀਬੀ ਜੀ ਕੱਲ ਪਲੱਥ ਹਲਕੇ 'ਚ ਮੈਂ ਗਿਆ, ਉੱਥੇ ਟੋਏ ਵੱਡੇ ਵੱਡੇ ਨਜ਼ਰ ਆ ਰਹੇ ਨੇ। ਉੱਥੇ ਕਹਿੰਦੇ ਬਾਰਿਸ਼ ਪੈਂਦੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਬੈਠਾਂ ਤੱਕ ਪਾਣੀ ਪਹੁੰਚ ਜਾਂਦਾ। ਹਾਲੇ ਤੱਕ ਇਹ ਸਮੱਸਿਆਵਾਂ ਨਹੀਂ। ਟੋਏ ਹੈ ਨਾ ਜੀ, ਇਹ ਸਰਕਾਰ ਦੀ ਡਿਊਟੀ ਹੈ, ਜੇ ਕਿਤੇ ਪਵੇ ਤਾਂ ਉਹਨੂੰ ਭਰ ਦੇਣਾ। ਦੇਖੋ, ਮੈਂ ਆਪਣੇ ਹਲਕੇ ਨਾਲ ਕਦੇ ਵੀ ਆਊਟ ਆਫ ਟੱਚ ਨਹੀਂ ਹੋਇਆ, ਭਾਵੇਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਬਟ ਮੈਂ ਆਪਣੇ ਲੋਕਾਂ ਦੇ ਨਾਲ ਕੌਨਸਟੈਂਟ ਕੰਟੈਕਟ ਬਣਾ ਕੇ ਰੱਖਿਆ। ਦੁੱਖ ਸੁੱਖ ਵਿੱਚ ਹਮੇਸ਼ਾ ਆਉਂਦਾ ਰਿਹਾ ਵਾਂ। ਔਰ ਇਹ ਗੱਲ ਇੱਥੇ ਨਹੀਂ ਬਸ ਹੋ ਜਾਂਦੀ, ਇਸ ਹਲਕੇ ਦੇ ਨਾਲ ਨਾ ਸਾਡੇ ਪਿਛਲੇ 50 ਸਾਲ ਦੇ ਤਾਲੁਕਾਤ ਹੈ। ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਨੇ ਪਹਿਲੀ ਇਲੈਕਸ਼ਨ 1972 'ਚ ਲੜੀ ਸੀ। ਹੁਣ 2022 ਵਿੱਚ ਪੂਰੇ 50 ਸਾਲ ਪੂਰੇ ਹੋਏ ਨੇ। ਸੋ ਇਹ 50 ਸਾਲ ਦਾ ਬਹੁਤ ਡੂੰਘਾ ਤੇ ਪੁਰਾਣਾ ਰਿਸ਼ਤਾ ਹੈਗਾ ਵਾ। ਪਰ ਲੋਕਾਂ ਨੂੰ ਕਿਤੇ ਨਾ ਕਿਤੇ ਖਹਿਰਾ ਸਾਹਿਬ ਗਿਲਾ ਵੀ ਰਹਿੰਦਾ। ਲੋਕ ਕਹਿੰਦੇ ਨੇ ਕਿ ਸਿਆਸਤਦਾਨ ਲਾਸਟਲੇ ਸਾਲ ਦੇ ਵਿੱਚ ਆ ਕੇ ਕੰਮ ਜਿਹੜੇ ਨੇ ਉਹ ਸ਼ੁਰੂ ਕਰਦੇ ਨੇ। ਹਾਲੇ ਵੀ ਭਲੱਥ ਤੋਂ ਭੋਗਪੁਰ ਤੇ ਭਲੱਥ ਤੋਂ ਬੇਗੋਵਾਲ ਦੀ ਜਿਹੜੀ ਸੜਕ ਆ ਉਹਦੇ ਵਿੱਚ ਵੱਡੇ ਵੱਡੇ ਟੋਏ ਨੇ। ਜਦੋਂ ਅਸੀਂ ਆ ਰਹੇ ਸੀਗਾ ਤਾਂ ਵੱਡੀਆਂ ਦਿੱਕਤਾਂ ਜਿਹੜੀਆਂ ਨੇ ਲੋਕਾਂ ਨੂੰ ਫੇਸ ਕਰਨੀਆਂ ਪੈਂਦੀਆਂ। ਐਗਜ਼ੈਕਟਲੀ, ਇਹ 2 ਸੜਕਾਂ ਰਹਿ ਗਈਆਂ ਜਿਹੜੀਆਂ ਨਾਮ ਲਏ ਤੁਸੀਂ। ਮੈਂ ਲੈਕਚਰ 'ਚ ਵੀ ਕਿਹਾ, ਭਲੱਥ ਬੇਗੋਵਾਲ ਦਾ ਟੈਂਡਰ ਲੱਗ ਗਿਆ। ਵਿਦਨ ਦ ਨੈਕਸਟ 10 ਡੇਜ਼ ਉਹ ਟੈਂਡਰ ਖੁੱਲ੍ਹ ਕੇ ਤਾਂ ਵਿਦਨ ਦ ਨੈਕਸਟ 1 ਮੰਥ ਭਲੱਥ ਬੇਗੋਵਾਲ ਜਿਹੜੀ ਜਗੀਰ ਕੌਰ ਦੇ ਪਿੰਡ ਨੂੰ ਸੜਕ ਹੈ, ਇਹ ਰਿਪੇਅਰ ਇਹਦੀ ਕੰਪਲੀਟ ਮੁਕੰਮਲ ਹੋ ਜਾਏਗੀ। ਤੁਸੀਂ ਦੇਖੋਗੇ ਇੱਥੋਂ ਆ ਸੜਕ ਜਿਹੜੀ ਬੇਗੋਵਾਲ ਨਡਾਲਾ ਹੈ ਆਲਰੇਡੀ ਬਣ ਚੁੱਕੀ ਆ। ਇੱਕ ਸਾਡੀ ਰਹਿ ਗਈ ਆ ਭਲੱਥ ਭੋਗਪੁਰ, ਉਹਦੀ ਫਾਈਲ ਆਪ ਫੋਲੋ ਕਰ ਰਹੇ ਹਾਂ। ਉਹਦੇ ਪੈਸੇ ਡਿਪਾਰਟਮੈਂਟ ਕੋਲ ਨਹੀਂ ਹੈਗੇ, ਉਹਦੇ ਪੈਸੇ ਸਾਨੂੰ ਮਿਲਣੇ PIDB ਚੋਂ, ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ। ਉਹਦਾ ਚੇਅਰਮੈਨ ਮੁੱਖ ਮੰਤਰੀ ਆਪ ਹੁੰਦਾ। ਮੈਂ ਉਹਨਾਂ ਕੋਲ ਆਪ ਪਰਸਨਲੀ ਰਿਕੁਐਸਟ ਕਰਕੇ ਆਈ ਐਮ ਵੈਰੀ ਸ਼ੋਰ ਕਿ ਉਹ ਸਾਡੀ ਭਲੱਥ ਭੋਗਪੁਰ ਸੜਕ ਜਿਹੜੀ ਆ ਉਹ ਵੀ ਵਿਦਨ ਦ ਨੈਕਸਟ 1-2 ਮਹੀਨੇ ਦੇ ਵਿੱਚ ਉਹਦਾ ਕੰਮ ਡੈਫੀਨਿਟਲੀ ਸ਼ੁਰੂ ਕਰਾਵਾਂਗੇ। ਹੁਣ ਆ ਗਈ ਗੱਲ ਤੁਸੀਂ ਕਿ ਲੋਕ ਅਖੀਰਲੇ ਸਾਲ 'ਚ ਅਸਲ 'ਚ ਨਾ ਮੇਰੇ ਤੋਂ ਬਲੰਡਰ ਹੋਇਆ ਪੋਲੀਟੀਕਲ ਦੀ ਗਲਤੀ ਸੀਗੀ। ਉਹੀ 4 ਸਾਲ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਲਾਏ ਹੁੰਦੇ ਤਾਂ ਮੈਂ ਅੱਜ ਆ ਜਿਹੜੀਆਂ ਛੋਟੀਆਂ ਮੋਟੀਆਂ ਕੰਪਲੇਂਟਸ ਹੈ ਲੋਕਾਂ ਦੇ ਕਦੀ ਵੀ ਨਹੀਂ ਸੀ ਹੋਣੀ।
ਚੰਗੀ ਗੱਲ ਆ ਖੈਰਾ ਸਾਹਿਬ, ਤੁਸੀਂ ਇਹ ਗੱਲ ਵੀ ਮੰਨੀ, ਲੋਕਾਂ ਦੇ ਵਿੱਚ ਹੁਣ ਵੀ ਗਲਤੀ ਮੰਨੀ ਕਿ ਸਿਆਸੀ ਤੁਹਾਡੇ ਕੋਲ ਇੱਕ ਬਲੰਡਰ ਹੋਇਆ। ਪਰ ਮੈਨੂੰ 2017 ਦੇ ਬਿਆਨ ਯਾਦ ਆਉਂਦੇ ਨੇ, ਜਦੋਂ ਤੁਸੀਂ ਵੋਟਾਂ ਮੰਗਣ ਜਾਂਦੇ ਸੀ ਤਾਂ ਲੋਕਾਂ ਨੂੰ ਇਹ ਕਹਿੰਦੇ ਸੀਗੇ ਕਿ ਅਕਾਲੀ ਦਲ ਤੇ ਕਾਂਗਰਸ ਨੇ ਪਿਛਲੇ 70 ਸਾਲਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਲੁੱਟਿਆ। ਹੁਣ ਇਸ ਵਾਰ ਤੁਸੀਂ ਕਾਂਗਰਸ ਤੋਂ ਇਲੈਕਸ਼ਨ ਲੜੇ ਹੋ, ਲੋਕਾਂ ਨੂੰ ਦੱਸ ਰਹੇ ਹੋ ਕਿ ਹੁਣ ਕਾਂਗਰਸ ਨੇ ਲੁੱਟਣਾ ਬੰਦ ਕਰਤਾ। ਨਹੀਂ ਦੇਖੋ, ਗੱਲ ਇਹ ਆ ਕਿ ਮੈਂ ਤੁਹਾਨੂੰ ਤਾਂ ਹੀ ਉਹ ਕਹਿਣਾ ਗਲਤੀ ਕੀਤੀ ਸੀਗੀ। ਦਿਸ ਵਾਸ ਮਾਈ ਪੋਲੀਟੀਕਲ ਬਲੰਡਰ ਕਿ ਮੈਂ ਉਹਨਾਂ ਦੇ ਝਾਂਸੇ ਵਿੱਚ ਉਹ ਘੱਟ ਨਹੀਂ ਸੀਗੇ। ਅੱਜ ਤੁਸੀਂ ਦੇਖ ਲਓ ਕਿ ਕੇਜਰੀਵਾਲ ਕਿੱਥੇ ਦਰ-ਦਰ ਭਟਕ ਰਿਹਾ ਸਾਰੇ ਪੰਜਾਬ ਵਿੱਚ। ਪਾਲ ਸਿੰਘ ਖਹਿਰਾ ਇਸ ਹਲਕੇ ਤੋਂ ਐਮਐਲਏ ਰਹੇ ਨੇ। 4.5 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਉਹਨਾਂ ਦੇ ਵੱਲੋਂ ਡਿਵੈਲਪਮੈਂਟ ਕੀਤੀ ਨੂੰ ਕਿਵੇਂ ਵੇਖਦੇ? ਚੰਡੀਗੜ੍ਹ ਕੋਠੀ ਵਧੀਆ ਬਣ ਗਈ ਹੈ। ਭੁਲੱਥ ਵਾਲੀ ਜਿਹੜੀ ਉਹ ਕੋਠੀ ਢਾਹ ਕੇ ਜਿਹੜੀ ਰਾਮਗੜ੍ਹ ਦੀ ਉਹ ਵਧੀਆ ਬਣਾ ਲਈ ਲੋਕਾਂ ਦੇ ਸਿਰ ਤੋਂ, ਟਰੱਕਾਂ ਵਾਲਿਆਂ ਕੋਲ ਰੇਤਾ ਲੈ ਕੇ ਸਾਰਾ ਉਹ ਬਣ ਗਈ, ਡਿਵੈਲਪਮੈਂਟ ਹੋ ਗਈ ਹੈ। ਬੀਬੀ ਜੀ ਦੀ ਵੀ ਬੜੀ ਵਧੀਆ ਡਿਵੈਲਪਮੈਂਟ ਹੋਈ ਹੈ। ਉਹਨਾਂ ਨੇ ਵੀ ਲੁੱਕ ਛਿਪ ਕੇ ਜਿਹੜੀ 12 ਕਿੱਲੇ ਕਿਤੇ, 7 ਕਿੱਲੇ ਕਿਤੇ, 20 ਕਿੱਲੇ ਕਿਤੇ, 100 ਕਿੱਲਾ ਆਪਣੇ ਏਅਰਪੋਰਟ ਦੇ ਲਾਗੇ ਲਏ ਆ। ਡਿਵੈਲਪਮੈਂਟ ਭੁਲੱਥ ਦੀ ਕਿਉਂ ਨਹੀਂ ਹੋਈ ਜਦੋਂ ਭੁਲੱਥ ਦੇ ਦੋਵੇਂ ਨਾਗਰਿਕ ਆ ਤੇ ਇਹਨਾਂ ਕੋਲ ਜੇ ਜਾਇਦਾਦ ਵਧੀ ਹੈ, ਇਹਨਾਂ ਦਾ ਪੈਸਾ ਇਹਨਾਂ ਕੋਲ ਆਇਆ ਉਹ ਭੁਲੱਥ ਦੇ ਹੀ ਰਿਹਾ। ਇਸ ਕਰਕੇ ਭੁਲੱਥ ਦੀ ਤੇ ਜਿਹੜੀ ਡਿਵੈਲਪਮੈਂਟ ਉਹ ਦੋਵਾਂ ਟੱਬਰਾਂ ਦੀ ਹੋਣੀ ਹੈ। ਤੇ ਇਹ ਵੀ ਉਹ ਬੇਗੋ ਵਾਲੀ ਭੁਲੱਥ 'ਚ ਹੈ ਤੇ ਰਾਮਗੜ੍ਹ ਹੀ ਭੁਲੱਥ 'ਚ ਹੈ ਤੇ ਡਿਵੈਲਪਮੈਂਟ ਤਾਂ ਬਹੁਤ ਹੋਈ ਜੀ। ਪਾਲ ਸਿੰਘ ਖਹਿਰਾ ਇੱਥੇ ਦੇ ਵਿਧਾਇਕ ਨੇ, ਕੋਈ ਡਿਵੈਲਪਮੈਂਟ ਕਿੰਨੀ ਕੁ ਕੀਤੀ ਉਹਨਾਂ ਇੱਥੇ? ਡਿਵੈਲਪਮੈਂਟ ਜੀ ਆ ਭੋਗਪੁਰਾ ਡੇਲ ਚੱਲ ਜੀਏ ਤੇ 10 ਮਿੰਟ ਮੀਂਹ ਪੈਂਦਾ ਤੇ ਗੋਡਿਆਂ ਤੱਕ ਪਾਣੀ ਹੁੰਦਾ ਜੀ, ਉੱਥੋਂ ਤਾਂ ਲੰਘਿਆ ਨਹੀਂ ਜਾਂਦਾ। ਤੁਸੀਂ ਭਾਵੇਂ ਹੁਣ ਅਜੇ ਅੱਜ ਸਵੇਰੇ 10 ਮਿੰਟ ਪਿਆ ਮੀਂਹ ਤੇ ਦੇਖੋ ਅਜੇ ਵੀ ਉੱਥੇ ਇੰਨਾ ਪਾਣੀ ਹੋਊਗਾ ਜੀ। ਜਦੋਂ ਕਹਿੰਦੇ ਲੀਡਰ ਝੰਡਾ ਬਦਲਦੇ ਨੇ ਤਾਂ ਲੋਕਾਂ ਦੇ ਨਾਲ ਧੋਖਾ ਹੁੰਦਾ, ਤੁਸੀਂ ਇਹ ਚੀਜ਼ ਮਹਿਸੂਸ ਕਰਦੇ? ਹਾਂਜੀ ਜੀ, ਧੋਖਾ ਹੁੰਦਾ, ਜ਼ਰੂਰ ਹੁੰਦਾ ਜੀ ਧੋਖਾ। ਤੇ ਇਹ ਚੀਜ਼ ਨੂੰ ਅਸੀਂ ਮੰਨਦੇ ਹਾਂ ਜੀ, ਧੋਖਾ ਹੁੰਦਾ ਜੀ। ਪਹਿਲੀ ਗੱਲ ਤੇ ਲੀਡਰਾਂ ਨੇ ਵਾਅਦਾ ਕੀਤਾ ਸੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੀ ਨਸ਼ਾ ਖਤਮ ਕਰਾਂਗੇ। ਅੱਜ ਤੁਸੀਂ ਸਾਰੇ ਪਾਸੇ ਵੇਖ ਰਹੇ ਹੋ ਨਸ਼ੇ ਨਾਲ ਨੌਜਵਾਨ ਮਰਦੇ ਪਿਆ। ਇੱਕ ਉੱਗਾ ਕਬੱਡੀ ਕੋਚ ਜਿਹੜਾ ਏ ਉਹ ਨਸ਼ੇ ਤਸਕਰਾਂ ਨੇ ਖੋ ਕੇ ਮਾਰਿਆ ਪੈਲੀਆਂ ਦੇ ਵਿੱਚ। ਕੋਈ ਕਾਨੂੰਨੀ ਕਾਰਵਾਈ ਨਹੀਂ, 15 ਦਿਨ ਲਗਾਤਾਰ ਧਰਨਾ ਲੱਗਾ, ਕੋਈ ਕਾਰਵਾਈ ਕਿਸੇ ਪਾਸੇ ਨਹੀਂ ਹੁੰਦੀ। ਸਭ ਤੋਂ ਵੱਡਾ ਤਾਂ ਝੂਠਾ ਇਹ ਆ ਜਿਹੜਾ ਐਡਾ ਤਗੜਾ ਝੂਠ ਬੋਲਿਆ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੋਈ ਨਸ਼ਾ ਤਸਕਰ ਨਹੀਂ ਫੜਿਆ ਗਿਆ। ਦੂਜਾ ਤੁਸੀਂ ਆ ਦੂਰ ਨਹੀਂ ਜਾਣਾ, ਜਿਹੜੇ ਵੀਰ ਸੁਣਦੇ ਪਏ ਨਾ, ਸਾਡਾ ਭੋਗਪੁਰ ਰੋਡ ਤੋਂ ਕਮਰਾਵਾ ਰੋਡ ਦੇਖ ਲਓ, ਸਾਰਾ ਟੁੱਟਾ ਪਿਆ। ਦੇਖੋ ਮੈਂ ਕਹਿੰਦਾ ਵੀ ਧਰਨ ਪਈ ਹੋਏ ਨਾ ਕਿਸੇ ਦੇ ਤਾਂ ਰਾਹ ਹੀ ਮਰ ਜਾਊਗਾ, ਇੰਨਾ ਜ਼ਿਆਦਾ ਰੋਡ ਟੁੱਟਿਆ ਹੋਇਆ ਉਹ ਸਾਡਾ। ਸਭ ਤੋਂ ਇੰਪੋਰਟੈਂਟ ਜਿਹੜਾ ਕੰਮ ਮੈਂ ਉਹਨੂੰ ਅਚੀਵਮੈਂਟ ਸਮਝਦਾ ਉਹ ਹੈਗਾ ਕਿ ਸਾਡਾ ਜਿਹੜਾ ਨਾ ਬੇਟ ਦਾ ਇਲਾਕਾ ਹੈ, ਦਰਿਆ ਬਿਆਸ ਦੇ ਨਾਲ ਲੱਗਦਾ ਵਾ ਸਾਰਾ ਹਲਕਾ ਭੁਲੱਥ ਤੋਂ। ਮੇਰੀ ਸ਼ੁਰੂ ਤੋਂ ਇਹ ਖੁਆਇਸ਼ ਸੀਗੀ ਕਿ ਇਸ ਦਰਿਆ ਬਿਆਸ ਦੀ ਤੁਸੀਂ ਜਿਹੜੀ ਬੰਨ੍ਹ ਆ ਇਹ ਟੁੱਟ ਜਾਂਦਾ ਫਲੱਡਸ ਦੇ ਵਿੱਚ। ਇਹਨੂੰ ਨਾਲੇ ਤਾਂ ਅਸੀਂ ਮਜ਼ਬੂਤ ਕਰਾਂਗੇ, ਨਾਲੇ ਇਹਨੂੰ ਅਸੀਂ ਇਹਦੀ ਕਨੈਕਟੀਵਿਟੀ ਵਧਾਵਾਂਗੇ। ਉਸ ਤੁਸੀਂ ਬੰਨ੍ਹ ਦੇ ਉੱਤੇ ਮੈਂ ਲਗਭਗ 30 ਕਿਲੋਮੀਟਰ ਸੜਕ ਦਾ ਟੈਂਡਰ ਆਲਰੇਡੀ ਲੱਗ ਗਿਆ ਵਾ। ਮਤਲਬ ਇੱਕ ਤਾਂ ਹੁੰਦਾ ਨਾ ਕਿ ਬਣਾਵਾਂਗੇ, ਇੱਕ ਹੈਗਾ ਕਿ ਸ਼ਾਰਟਲੀ ਉਹਦਾ ਕੰਮ ਸ਼ੁਰੂ ਹੋ ਜਾਊਗਾ। ਉਹ 20 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਉਹ ਨਵੀਂ ਇੱਕ ਜਿਹੜਾ ਸ੍ਰੀ ਹਰਗੋਬਿੰਦਪੁਰ ਤੋਂ ਟਾਲੀ ਪਿੰਡ ਤੋਂ ਪੁਲ ਜਾਂਦਾ ਜਿਹੜਾ ਮਾਝੇ ਨੂੰ, ਉੱਥੋਂ ਲੈ ਕੇ GT ਰੋਡ ਢਿਲਵਾਂ ਤੱਕ ਅਸੀਂ ਇਹ ਸੜਕ ਬਣਾਉਣ ਜਾ ਰਹੇ ਹਾਂ। ਸੋ ਨੰਬਰ 1 ਅਚੀਵਮੈਂਟ। ਨੰਬਰ 2 ਅਸੀਂ ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜੇ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲ ਚੱਲ ਰਹੇ ਨੇ, ਉਹਨਾਂ ਦੀ ਯਾਦ, ਕਿਉਂਕਿ ਇਸ ਇਲਾਕੇ ਦੇ ਵਿੱਚ ਬਹੁਤ ਇਸ ਬੇਗੋਵਾਲ ਦੇ ਏਰੀਆ 'ਚ ਲੁਬਾਣਾ ਬਰਾਦਰੀ ਹੈ ਬਹੁਤ ਪੁਰਾਣੀ, ਉਹਨਾਂ ਦੇ ਬੜੇ ਉਪਾਸ਼ਕ ਵੀ ਨੇ। ਵੈਸੇ ਤਾਂ ਉਪਾਸ਼ਕ ਦੁਨੀਆ ਭਰ ਸਾਰੀ ਉਹਨਾਂ ਦੀ ਯਾਦ ਵਿੱਚ ਅਸੀਂ ਇੱਕ 50 ਲੱਖ ਰੁਪਏ ਦੀ ਲਾਗਤ ਨਾਲ ਉਹਨਾਂ ਦੀ ਯਾਦਗਾਰੀ ਗੇਟ, ਉਹ ਵੀ ਅਸੀਂ ਮਨਪ੍ਰੀਤ ਸਿੰਘ ਬਾਦਲ ਨੇ ਪੈਸੇ ਆਲਰੇਡੀ ਟ੍ਰਾਂਸਫਰ ਕਰ ਦਿੱਤੇ ਆ। 10 ਕਰੋੜ ਰੁਪਏ ਦੀਆਂ ਨਵੇਂ ਲਿੰਕ ਰੋਡਸ, ਉਹਦੇ 'ਚ ਤਕਰੀਬਨ ਅਬਾਊਟ 40 ਕਿਲੋਮੀਟਰ ਸੜਕਾਂ ਬਣਨੀਆਂ, ਕਿਉਂਕਿ 50-25 ਲੱਖ ਰੁਪਏ ਦਾ ਨਵਾਂ ਕਿਲੋਮੀਟਰ ਬਣਦਾ। ਉਹ ਮੈਂ ਆਪੇ ਸੋਚ ਕੇ ਕਿ ਕਿਹੜੇ ਪਿੰਡਾਂ 'ਚ ਮੈਂ ਜਾਂਦਾ ਰਹਿੰਦਾ ਸਾਰੇ ਹਲਕੇ 'ਚ, ਕਿ ਕਿਹੜੇ ਪਿੰਡਾਂ ਦੀ ਕਨੈਕਟੀਵਿਟੀ ਆਪਸ ਵਿੱਚ ਲਿੰਕਸ ਨਵੇਂ ਕ੍ਰੀਏਟ ਕਰਨ, ਨਵੀਆਂ ਸੜਕਾਂ 10 ਕਰੋੜ ਦੀਆਂ ਉਹ ਨੇ। ਉਸ ਦੇ ਨਾਲ ਹੀ 10 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਵਿੱਚ ਸਾਨੂੰ ਮਨਜ਼ੂਰ ਹੋਈ ਆ। ਉਹਦੇ 'ਚ ਹਰ ਪਿੰਡ ਨੂੰ ਸਾਈਜ਼ ਦੇ ਹਿਸਾਬ ਨਾਲ ਕਿਸੇ ਨੂੰ 10 ਲੱਖ, ਕਿਸੇ ਨੂੰ 20 ਲੱਖ, ਕਿਸੇ ਨੂੰ 25 ਲੱਖ ਰੁਪਇਆ। ਐਜੂਕੇਸ਼ਨ ਦੇ ਖੇਤਰ ਵਿੱਚ ਨਵੇਂ ਸਮਾਰਟ ਕਲਾਸਰੂਮਸ ਕਾਫੀ ਤੇਜ਼ੀ ਦੇ ਨਾਲ ਬਣ ਰਹੇ ਨੇ। ਕੁਝ ਸਾਡੇ ਇੰਪੋਰਟੈਂਟ ਪੈਂਡਿੰਗ ਵਰਕਸ ਜਿੱਦਾਂ ਢਿਲਵਾਂ ਦਾ ਸੀਗਾ, ਸਾਡਾ ਪ੍ਰਾਇਮਰੀ ਹੈਲਥ ਸੈਂਟਰ ਬਹੁਤ ਪੁਰਾਣਾ ਸੀ, ਖਰਾਬ ਹੋਇਆ ਪਿਆ ਸੀਗਾ। ਉਹ ਹੈਲਥ ਮਿਨਿਸਟਰ ਸਾਹਿਬ ਨੇ ਉਹਦੀ ਪ੍ਰਵਾਨਗੀ ਦੇ ਦਿੱਤੀ, ਉਹਨੂੰ ਅਸੀਂ ਅਪਗ੍ਰੇਡ ਕਰਾ ਰਹੇ ਹਾਂ ਟੂ ਕਮਿਊਨਿਟੀ ਹੈਲਥ ਸੈਂਟਰ। ਪ੍ਰੀਮਿਕਸ ਪੈਣੀ ਹੈ, ਇਹ 5 ਸਾਲ ਬਾਅਦ ਪੈਂਦੀ ਹੁੰਦੀ ਹੈ। 7 ਸਾਲ ਹੋ ਗਏ ਹੈ, ਹੁਣ ਪ੍ਰੀਮਿਕਸ ਪੈਣ ਲੱਗੀ ਹੈ। ਮੰਨ ਲਓ ਇਹਦੇ 'ਚ ਕੀ ਰੋਲ ਹੈ? ਪ੍ਰੀਮਿਕਸ ਪਾਉਣ ਦਾ ਵੀ ਉਦਘਾਟਨ ਕਰੀਏ। ਜੇ ਕੋਈ ਕਿਸੇ ਨੂੰ ਇੱਕ 2-4 ਪੱਥਰ ਪਾ ਕੇ ਜਾਂ 4 ਬਾਟੇ ਪਾ ਕੇ ਉਹਨੂੰ ਅਸੀਂ ਰਿਪੇਅਰ ਕਰੀਏ, ਉਹਦਾ ਵੀ ਉਦਘਾਟਨ ਕਰੀਏ। ਦੇਖੋ ਚੀਪ ਸੋਚ ਦੇਖੋ ਤੁਸੀਂ। ਸੋ ਇਹਨੇ ਕੀਤਾ ਕੀ ਹੋਇਆ ਫਿਰ? ਇਹ ਸੜਕ ਪ੍ਰਾਈਮ ਮਿਨਿਸਟਰ ਕੋਟੇ 'ਚ ਬਣਵਾਈ ਜਗੀਰ ਕੌਰ ਨੇ, ਇੱਧਰੋਂ ਸੜਕ ਚੌੜੀ ਕਰਵਾਈ ਜਗੀਰ ਕੌਰ ਨੇ ਪ੍ਰਾਈਮ ਮਿਨਿਸਟਰ ਕੋਟੇ 'ਚੋਂ,
ਭਲਾਤ ਤੋਂ ਕਰਤਾਰਪੁਰ ਦੀ ਚੌੜੀ ਕਰਵਾਈ ਜਗੀਰ ਕੌਰ ਨੇ ਪ੍ਰਾਈਮ ਮਿਨਿਸਟਰ ਕੋਟੇ ਤੋਂ। ਭਲਾਤ ਤੋਂ ਲੈ ਕੇ ਭੋਗਪੁਰ ਦੀ ਚੌੜੀ ਕਰਵਾਈ ਪ੍ਰਾਈਮ ਮਿਨਿਸਟਰ ਕੋਟੇ ਤੋਂ ਬੀਬੀ ਜਗੀਰ ਕੌਰ ਨੇ। ਮਾਨਾ ਤਲਵੰਡੀ ਤੋਂ ਨਡਾਰੇ ਦੀ ਬਣਵਾਈ ਬੀਬੀ ਜਗੀਰ ਕੌਰ ਨੇ ਪ੍ਰਾਈਮ ਮਿਨਿਸਟਰ ਕੋਟੇ ਤੋਂ। ਸੁਭਾਨਪੁਰ ਤੋਂ ਲੈ ਕੇ ਬੇਗੋਵਾਲ ਤੱਕ ਚੌੜੀ ਕਰਵਾਈ ਉੱਚੀ ਕਰਵਾਈ। ਨਡਾਰੇ ਤੋਂ ਲੈ ਕੇ ਭਲਾਤ ਤੱਕ ਚੌੜੀ ਕਰਵਾਈ ਉੱਚੀ ਕਰਾਈ। ਸਾਰੀਆਂ ਸੜਕਾਂ ਪ੍ਰਾਈਮ ਮਿਨਿਸਟਰ ਕੋਟੇ 'ਚ ਕਰਵਾਈਆਂ ਸੀ ਜਦੋਂ ਅਟਵਾਲ ਸਾਹਿਬ MP ਸੀਗੇ। ਇਹ ਸਾਰੀਆਂ ਸੜਕਾਂ ਉਦੋਂ ਦੀਆਂ ਬਣੀਆਂ ਹੋਈਆਂ, ਉਦੋਂ ਦੀਆਂ ਚੌੜੀਆਂ ਤੇ ਉੱਚੀਆਂ ਹੋਈਆਂ। ਬੜੇ ਦੁੱਖ ਦੀ ਗੱਲ ਹੈ ਜੀ, ਜਿਹੜੀਆਂ 20-20 ਸਾਲ ਦੀਆਂ ਸੜਕਾਂ ਬਣੀਆਂ, ਜੇ ਕਿਤੇ ਪ੍ਰੀਮਿਕਸ ਪਾਉਣ ਦੀ ਗੱਲ ਆ ਜਾਏਗੀ ਅੱਜ ਤਾਂ ਵੀ ਅਸੀਂ ਬਣਾਈ। ਜੇ ਪ੍ਰੀਮਿਕਸ ਦਾ ਅਸੀਂ ਉਦਘਾਟਨ ਕਰੀਏ ਤੇ ਫਿਰ ਸਾਡੀ ਦੱਸੋ ਵਿਕਾਸ ਦੀ ਸੋਚ ਕਿੱਥੇ ਹੈ, ਕਿੰਨਾ ਕੁ ਵਿਕਾਸ ਹੈ। ਜਿਹੜੀ ਰੋਡ ਦੀ ਗੱਲ ਕਰਦੇ ਆ ਆਪਣੀ ਤੁਸੀਬੰਦ ਦੀ, ਉਹ ਮੈਂ ਪਾਸ ਕਰਾਈ ਹੈ। ਇਹਨਾਂ ਰਾਤੋਂ ਰਾਤ ਪਾਸ ਨਹੀਂ, ਫਾਈਲ ਕਢਾ ਕੇ ਦੇਖ ਲਓ ਡੇਟਾ ਉੱਤੇ ਕਿਹੜੀਆਂ ਪਈਆਂ। ਕੋਈ ਇਹਨਾਂ ਕੰਮ ਨਹੀਂ ਕਰਾਇਆ। ਹਾਂ, ਟੈਂਕੀ ਦੀ ਇੱਕ ਧੱਕੇ ਨਾਲ ਜਾ ਕੇ ਕਰ ਆਏ ਆ ਉਦਘਾਟਨ। ਟੈਂਕੀ ਪਹਿਲਾਂ ਦੀ ਬਣੀ ਹੈ, ਇਹ ਤਾਂ ਹੁਣ ਥੋੜ੍ਹੇ ਦਿਨ ਹੋਏ ਆਏ ਨੂੰ। ਇੱਕ ਬਿਜਲੀ ਦਫ਼ਤਰ ਬਣਿਆ, ਗ੍ਰਿਡ ਜਿਹੜਾ ਬਣਿਆ ਆਪਣਾ ਲੱਖਣ ਕੇ ਪੱਡੇ, ਉਹਦਾ ਧੱਕੇ ਨਾਲ ਉਦਘਾਟਨ ਕਰ ਰਹੇ। ਪੱਥਰ ਜ਼ਰੂਰ ਲਵਾ ਲੈਂਦੇ, ਇਹਨਾਂ ਦੀ ਇਹ ਖਾਸੀਅਤ ਹੈ ਕਿ ਪੱਥਰ ਸੁਖਪਾਲ ਸਿੰਘ ਲਵਾ ਲੈਂਦਾ ਧੱਕੇ ਨਾਲ, ਡਰਾ ਡਰੂ ਕੇ ਅਫਸਰਾਂ ਨੂੰ। ਅਤੇ ਕੰਮ ਤੇ ਇਹਨੇ ਮੈਨੂੰ ਇੱਕ ਗਿਣਾ ਦੇਵੇ ਤੇ ਫਿਰ ਮੈਂ ਮੰਨਾਂ ਕਿ ਇਮਾਨਦਾਰ ਹੈ। ਇਹ ਬੜਾ ਕਰਪਟ ਬੰਦਾ ਹੈ। ਪਹਿਲੀ ਸਮੱਸਿਆ ਇਹ ਕਿ ਭਲਾਤ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ। ਮੇਰੇ ਨਾਲ ਖੁਦ ਇਹ ਵਾਕਿਆ ਵਾਪਰ ਚੁੱਕਾ ਹੈ। ਮੈਨੂੰ ਪੁਲਿਸ ਨੇ ਇੱਕ ਮੇਰੀ ਜਾਮਾ ਤਲਾਸ਼ੀ ਲਈ, ਜਿਹਦੇ ਵਿੱਚੋਂ 7300 ਰੁਪਈਆ ਕਾਰ ਸੇਵਾ ਦਾ ਕੱਢਿਆ ਉਹਨਾਂ ਮੇਰੇ ਕੋਲੋਂ। 5000 ਰੁਪਈਆ ਮੇਰੇ ਕੋਲੋਂ ਉਹਨਾਂ ਨੇ ਖਾਦ ਦਾ ਸੀ ਉਹ ਲਿਆ। 2300 ਰੁਪਈਆ ਮੇਰੇ ਗੱਲੇ ਦੇ ਵਿੱਚ ਸੀ, ਉਹ ਮੇਰੇ ਕੋਲੋਂ ਉਹਨਾਂ ਲੈ ਲਿਆ। ਬਾਅਦ ਦੇ ਵਿੱਚ ਉਹਨਾਂ ਮੈਨੂੰ ਜਦੋਂ ਜ਼ਮਾਨਤ 'ਤੇ ਛੱਡਿਆ, ਮੈਂ ਪੁੱਛਿਆ ਜੀ ਮੈਡਮ ਜੀ ਮੇਰੇ ਪੈਸੇ ਦੇ ਦਿਓ ਅਮਨਦੀਪ ਜੀ ਕੋਲ। ਉਹ ਕਹਿੰਦੀ ਹੈ ਤੇ ਉਹ ਪੈਸੇ ਤੈਨੂੰ ਕਾਨੂੰਨ ਕੋਰਟ 'ਚ ਮਿਲਣਗੇ। ਜਦੋਂ ਮੈਂ ਪਤਾ ਕੀਤਾ ਤਾਂ ਉੱਥੇ ਕੁਝ ਵੀ ਨਹੀਂ ਸੀ। ਭ੍ਰਿਸ਼ਟਾਚਾਰੀ ਅਫਸਰਸ਼ਾਹੀ 'ਚ ਆ ਕਿ ਪੋਲੀਟੀਕਲ ਲੀਡਰਾਂ 'ਚ ਆ? ਇਹ ਸਾਰਿਆਂ 'ਚ ਹੀ ਹੈਗਾ ਜੀ। ਹਲਕੇ ਦੇ ਲੋਕ ਕਹਿੰਦੇ ਨੇ ਕਿ ਭ੍ਰਿਸ਼ਟਾਚਾਰੀ ਨੂੰ ਲੈ ਕੇ ਵੀ ਲੋਕ ਤੰਗ ਨੇ। ਕਹਿੰਦੇ ਨੇ ਕਿ ਅਫਸਰਸ਼ਾਹੀ ਇੱਥੇ ਭਾਰੀ ਹੁੰਦੀ ਜਾਂਦੀ ਹੈ, ਪੁਲਿਸ ਦੇ ਵੱਲੋਂ ਜਿਹੜੇ ਨਜਾਇਜ਼ ਪਰਚੇ ਦਰਜ ਕੀਤੇ ਜਾਂਦੇ ਨੇ ਪੋਲੀਟੀਕਲ ਦਬਾਅ ਦੇ ਕਾਰਨ। ਇਹਦਾ ਕੰਮ ਹੀ ਹੈ ਜੀ। ਬੜਾ ਸੋਹਣਾ 4.5 ਸਾਲ ਰਿਹਾ, ਐਵੇਂ ਮੈਂ ਤੁਸੀਂ ਝੂਠ ਬੋਲਾਂ। ਪਹਿਲਾਂ ਸਿੱਕੀ ਆਇਆ, ਉਹਨੇ ਜ਼ੋਰ ਫੜਿਆ, ਇੱਕਦਮ ਪੋਲੀਟੀਕਲੀ ਉਹਨੇ ਝੂਠੇ ਪਰਚੇ ਕਰਾਏ। ਹੁਣ ਜਿੱਦਾਂ ਦਾ ਇਹ ਆਇਆ, ਇਹ ਸਿਵਾਏ ਪਰਚਿਆਂ ਤੋਂ ਹੋਰ ਕੋਈ ਕੰਮ ਹੀ ਨਹੀਂ ਕਰ ਰਿਹਾ। ਮੇਰਾ ਇੱਕ ਵੀ ਕੋਈ ਸਾਬਤ ਕਰ ਦੇ ਕਿ ਬੀਬੀ ਜਗੀਰ ਕੌਰ ਕਿਸੇ ਦੇ ਉੱਤੇ ਝੂਠਾ ਪਰਚਾ ਕਰਾਉਂਦੀ। ਕੋਈ ਥਾਣੇਦਾਰ ਕਹਿ ਦੇਵੇ, ਕੋਈ DSP ਕਹਿ ਦੇਵੇ, ਕੋਈ SSP ਕਹਿ ਦੇਵੇ, ਜਿੱਤੇ ਮੇਰਾ ਪ੍ਰੈਸ਼ਰ ਹੋਵੇ, ਜਿਹੜਾ ਮੈਂ ਕਦੀ ਕਿਹਾ ਹੋਵੇ। ਹਮੇਸ਼ਾ ਇਹ ਕਹਿਣੀ ਹੈ ਕਿ ਸਹੀ ਕੰਮ ਕਰਿਓ, ਇਨਸਾਫ ਕਰਿਓ, ਕਿਸੇ ਨਾਲ ਧੱਕਾ ਨਾ ਕਰਿਓ। ਜਿਹੜੇ ਫਿਰ ਧੱਕਾ ਕਰਦੇ ਆ ਫਿਰ ਉਹਦਾ ਕੀ ਹਾਲ ਹੁੰਦਾ ਹੈ, ਚੋਣਾਂ ਵਿੱਚ ਪਤਾ ਲੱਗਦਾ। ਦੇਖੋ ਜੀ, ਵੱਡਾ ਮੁੱਦਾ ਸਾਡੇ ਇਲਾਕੇ ਦਾ ਕਰਪਸ਼ਨ ਹੈ। ਸਾਡੇ ਇੱਥੇ ਕਰਪਸ਼ਨ ਜਿਹੜੀ ਹੈ, ਇਹ ਜਿੰਨੀ ਪ੍ਰਸ਼ਾਸਨ ਦੇ ਵਿੱਚ ਜਿੰਨੇ ਵੀ ਅਧਿਕਾਰੀ, ਜਿੱਦਾਂ ਤਹਿਸੀਲਦਾਰ ਲਾ ਲਓ ਜਾਂ ਹੋਰ ਜੋ ਪ੍ਰਸ਼ਾਸਨ ਦਾ ਕੰਮ ਹੈ, ਕਰਪਸ਼ਨ ਬਹੁਤ ਜ਼ਿਆਦਾ ਹੈ। ਕਰਪਸ਼ਨ ਦੇ ਪਿੱਛੇ ਕੌਣ ਹੈ? ਕਰਪਸ਼ਨ ਦੇ ਪਿੱਛੇ ਜੀ ਹੈ ਤਾਂ ਸਾਡੇ ਦੋਵੇਂ ਲੀਡਰ ਨੇ, ਜਿਨ੍ਹਾਂ ਨੇ ਆਦਤਾਂ 25 ਸਾਲ ਬੀਬੀ ਜੀ ਨੇ ਪਾਈਆਂ, 25 ਸਾਲ ਇਸ ਟੱਬਰ ਨੇ, ਖਹਿਰਾ ਸਾਹਿਬ ਦੇ ਨੇ ਪਾਇਆ। ਉਹਨਾਂ ਨੇ ਇੱਕ ਸਿਸਟਮ ਸੈੱਟ ਕੀਤਾ ਹੋਇਆ। ਇਹਨਾਂ ਦਾ ਆਪੋ 'ਚ 75-25 ਹੈ। ਜਦੋਂ ਕਾਲੀ ਆ ਜਾਂਦੇ ਆ, ਬੀਬੀ ਜੀ ਆ ਜਾਂਦੇ, ਉਹਨਾਂ ਨੂੰ 75 ਮਿਲਣਾ ਪੈਂਦੇ ਆ, ਸੁਖਪਾਲ ਸਿੰਘ ਨੂੰ 25 ਮਿਲਣਾ ਪੈਂਦੇ ਆ। ਤੇ ਜਦੋਂ ਇਹ ਕਾਂਗਰਸ ਜਾਂ ਕਿਤੇ ਤਾਕਤ 'ਚ ਆਉਂਦੇ ਆ ਤੇ ਇਹਨਾਂ ਨੂੰ 75, ਉਹਨਾਂ ਨੂੰ 25 ਮਿਲਣਾ ਪੈਂਦੇ ਆ। ਰਾਣਾ ਸਾਹਿਬ, ਸਰਕਾਰ ਤੁਹਾਡੀ ਸੀਗੀ 2017 ਦੇ ਵਿੱਚ ਬਣੀ, ਤਾਂ ਇਹ 75-25 ਦੀ ਖੇਡ ਖਤਮ ਕਿਉਂ ਨਹੀਂ ਕਰਵਾਈ ਤੁਸੀਂ? ਦੇਖੋ ਜੀ, ਮੈਨੂੰ ਤਾਂ ਸਮਝੋ ਜੀ ਤਾਕਤ ਹੀ ਨਹੀਂ ਦਿੱਤੀ ਗਈ। ਮੈਨੂੰ ਤਾਂ ਕਾਂਗਰਸ ਰਹਿ ਕੇ ਆਪੋਜੀਸ਼ਨ ਵਾਲਾ ਮੈਂ ਰੋਲ ਅਦਾ ਕੀਤਾ। ਭਾਵੇਂ ਆਪਣੇ ਵਰਕਰਾਂ ਦਾ ਮੈਂ ਹਾਈ ਕੋਰਟ 'ਚ ਉਹਨਾਂ ਦਾ ਬਚਾਅ ਕੀਤਾ, ਭਾਵੇਂ ਮੈਂ ਲੜ ਕੇ ਕੀਤਾ, ਮੈਂ ਆਪਣੇ ਵਰਕਰਾਂ ਦਾ ਬਚਾਅ ਕੀਤਾ। ਇੱਥੇ ਨੀਤੀ ਚੱਲਦੀ ਸਿਰਫ ਪਰਚਾ। ਜਿੱਦਾਂ ਹੁਣ ਸੁਖਪਾਲ ਸਿੰਘ ਖਹਿਰਾ ਆਇਆ, ਇਹਨੇ ਮੇਰੇ 2 ਵਫਾਦਾਰਾਂ 'ਤੇ, ਇੱਕ ਤੇ 26 ਦਾ ਝੂਠਾ ਪਰਚਾ ਕਰਾਤਾ ਆਉਂਦਿਆਂ ਹੀ, ਤੇ ਆਉਂਦਾ ਇੱਕ ਮੇਰੇ ਬੰਦੇ ਵਫਾਦਾਰ 'ਤੇ ਇੱਕ ਛੇੜਛਾੜ ਦਾ ਸੱਕੀ ਭਰਜਾਈ ਵੱਲੋਂ ਪਰਚਾ ਕਰਾਤਾ। ਸਿਰਫ ਇਹਦੀ ਆਦਤ ਹੈ ਕਿ ਟੈਲੀਫੋਨ ਕਰਕੇ ਅਫਸਰਾਂ ਨੂੰ ਡਰਾ ਕੇ ਵਿਰੋਧੀਆਂ ਦੇ ਪਰਚਾ ਕਰਾਉਣਾ, ਤੇ ਆਪ ਬੜਾ ਰੋਂਦਾ ਜਦੋਂ ਇੱਥੇ ਪਰਚਾ ਹੁੰਦਾ। ਜਦੋਂ ਮੈਂ ਤੇ ਤਰਪਾਲ ਚੋਰ ਦਾ ਪਰਚਾ ਕਰਾਇਆ ਉਦੋਂ ਬੜਾ ਰੋਇਆ ਸੀ, ਪਰ ਜਦੋਂ ਹੁਣ ED ਦਾ ਰੇਡ ਹੋਇਆ ਉਦੋਂ ਬੜਾ ਰੋਇਆ ਸੀ। ਜਦੋਂ ਲੋਕਾਂ ਤੇ ਕਰਾਉਂਦਾ ਉਦੋਂ ਨਹੀਂ ਰੋਂਦਾ। ਤੇ ਮੇਰੀ ਜਿਹੜੀ ਇਸ ਗੱਲ 'ਤੇ ਇਹਨਾਂ ਦੀ ਦੋਹਰੀ ਨੀਤੀ ਹੈ। ਜਦੋਂ ਲੋਕਾਂ ਨੂੰ ਕੁਚਲਣਾ ਹੁੰਦਾ, ਲੋਕ ਵਿਰੋਧੀਆਂ ਨੂੰ ਮਾਰਨਾ ਹੁੰਦਾ, ਫਿਰ ਦੋਵੇਂ ਤੇ ਜਿਹੜੇ ਟੱਬਰ ਹੈ ਬਹੁਤ ਜ਼ਿਆਦਾ ਅੱਡੀਆਂ ਚੋਟੀਆਂ 'ਤੇ ਜ਼ੋਰ ਲਾ ਕੇ ਵਿਰੋਧੀ ਦੇ ਬੰਦਿਆਂ ਨੂੰ ਠੋਕਦੇ ਆ।
ਇਹ ਅਸੀਂ 50 ਸਾਲ ਦੇ ਮੇਰੇ ਪਿਤਾ ਜੀ ਔਰ ਮੈਂ ਰਾਜਨੀਤੀ 'ਚ ਅਸੀਂ 100 ਗਲਤੀਆਂ ਜ਼ਿੰਦਗੀ 'ਚ ਕੀਤੀਆਂ ਹੋਣਗੀਆਂ। ਪੋਲੀਟੀਕਲ ਫੈਸਲੇ ਲੈਣ ਵਿੱਚ ਸਾਡੇ ਤੋਂ 100 ਗਲਤੀਆਂ ਹੋਈਆਂ, ਪਰ ਅਸੀਂ ਆਪਣੇ ਸੂਬੇ ਦੇ ਲੋਕਾਂ ਨਾਲ, ਆਪਣੇ ਹਲਕੇ ਦੇ ਲੋਕਾਂ ਨਾਲ ਕਦੀ ਬੇਈਮਾਨੀ ਨਹੀਂ ਕੀਤੀ। ਇੱਕ ਕੰਪਲੇਂਟ ਤਾਂ ਹੋਣੀ ਚਾਹੀਦੀ ਨਾ ਮੇਰੇ ਖਿਲਾਫ ਕੋਈ, ਅਗਰ ਸਭ ਦੇ ਖਿਲਾਫ ਕੰਪਲੇਂਟਸ ਨੇ ਕਿ ਜੀ ਇਹਨਾਂ ਨੇ ਬੱਸਾਂ ਦੀਆਂ ਕੰਪਨੀਆਂ ਬਣਾ ਲਈਆਂ, ਇਹਨਾਂ ਨੇ ਸ਼ੂਗਰ ਮਿੱਲਾਂ ਬਣਾ ਲਈਆਂ, ਇਹਨਾਂ ਨੇ ਸ਼ਰਾਬ ਦੀਆਂ ਮਿੱਲਾਂ ਬਣਾ ਲਈਆਂ, ਇਹਨਾਂ ਨੇ ਸ਼ਰਾਬ ਦੇ ਠੇਕੇ ਲੈ ਲਏ, ਇਹ ਫਲਾਣੇ ਓਵਰਨਾਈਟ ਅਮੀਰ ਹੋ ਗਏ। ਆਈ ਹੈਵ ਡਨ ਨਥਿੰਗ ਰੋਂਗ ਲਾਈਕ ਦਿਸ। ਜਿੱਦਾਂ ਕਹਿੰਦੇ ਨੇ ਕਿ ਇਹ ਪਹਿਲੇ ਅੱਖੀ ਘੱਟਾ ਪਾਉਂਦੇ ਆ ਤੇ ਫਿਰ ਬਾਅਦ 'ਚ ਅੱਖਾਂ ਦੇ ਕੈਂਪ ਲਾਉਂਦੇ ਆ, ਅਸੀਂ ਹੱਥ ਮਲਾਈਏ ਤੇ ਫਿਰ ਬਾਅਦ 'ਚ ਸਾਡੇ ਹੱਥ ਹੀ ਵਢਾਉਂਦੇ ਆ। ਆਖਦੇ ਆ ਕਿ ਸਾਨੂੰ ਵੋਟਾਂ ਪਾ ਕੇ ਜਿਤਾਓ, ਮਸਲੇ ਹੱਲ ਹੋਣਗੇ। ਜੇ ਅਸੀਂ ਕੋਈ ਮਸਲਾ ਦਸੀਏ ਤੇ ਸਾਡੇ ਦੇ ਮਾਮਲੇ ਬਣਾਉਂਦੇ ਆ। ਇੱਕ ਦੂਜੇ ਦੇ ਚਿੱਕੜ ਸੁੱਟ ਕੇ ਪਤਾ ਨਹੀਂ ਕਿਹੜਾ ਪੰਜਾਬ ਬਚਾਉਂਦੇ ਆ। ਇਹ ਕਸਮਾਂ ਵਾਅਦਿਆਂ ਤੋਂ ਮੁੱਕਰੇ ਹਾਕਮ ਬਰਬਾਦ ਕਰਨ ਦਾ ਬਸ ਪੰਜਾਬ ਨੂੰ ਫਰਜ਼ ਨਿਭਾਉਂਦੇ ਆ। ਅੱਛਾ, ਸੁਖਪਾਲ ਖਹਿਰਾ ਤੇ ਬੀਬੀ ਜਗੀਰ ਕੌਰ ਦੀ ਲੰਬੇ ਸਮੇਂ ਤੋਂ ਟੱਕਰ ਰਹੀ ਹੈ, ਇਹਨਾਂ ਦੋਵਾਂ ਪਾਰਟੀਆਂ 'ਚ ਮੁਕਾਬਲਾ ਹੁੰਦਾ ਰਿਹਾ। ਇਸ ਵਾਰ ਕੀ ਲੱਗਦਾ ਕਿਹਦਾ ਪਲੜਾ ਭਾਰੀ ਹੈ? ਪੱਲਾ ਕਿਹਦਾ ਭਾਰੀ ਹੈ ਜੀ? ਲੋਕ ਸਾਰੇ ਅੱਗੇ ਪਏ ਆ। ਇੱਧਰੋਂ ਆਵਾਜ਼ ਆਉਂਦੀ ਏ ਕਿ ਆ ਸਰਕਾਰੀ ਕਾਲਜ ਅਸੀਂ ਬਣਾਇਆ, ਉਧਰੋਂ ਆਵਾਜ਼ ਆ ਜਾਂਦੀ ਕਿ ਸਰਕਾਰੀ ਹਸਪਤਾਲ ਅਸੀਂ ਬਣਾਇਆ, ਤੇ ਦੋਵਾਂ ਦਾ ਵੇਖ ਲਓ ਸਾਨੂੰ ਕੋਈ ਫਾਇਦਾ ਹੀ ਹੈ ਨਹੀਂਗਾ। ਸਾਡੇ ਭਲਾ ਦਾ ਸਰਕਾਰੀ ਕਾਲਜ ਏ, ਮਾੜੇ ਟਿਊਸ਼ਨ ਸੈਂਟਰ ਇਹ ਤੋਂ ਚੰਗਾ ਹੁੰਦਾ ਜਿੱਦਾਂ ਦਾ ਸਾਡੇ ਭਲਾ ਦਾ ਸਰਕਾਰੀ ਕਾਲਜ। ਇਹ ਨਾ ਸਾਡੇ ਲੀਡਰਾਂ ਨੇ ਇੱਕ ਸੂਚੀ ਬਣਾਈ ਹੋਈ ਏ, ਬਸ ਥਾਂ ਥਾਂ ਜਾ ਕੇ ਦੱਸਣਾ ਮੈਂ ਆਹ ਕੀਤਾ, ਮੈਂ ਆਹ ਕੀਤਾ, ਆਹ ਕੀਤਾ, ਹੈ ਕੱਖ ਨਹੀਂ। ਜੇ ਸਰਕਾਰੀ ਹਸਪਤਾਲ ਚਲ ਜਾਓ, ਇੱਥੇ ਤਾਂ ਮੈਂ ਕਹਿੰਦਾ ਬੰਦਾ ਜਾਣ ਨਾਲੋਂ ਕਿ ਮਾੜੀ ਡਿਸਪੈਂਸਰੀ ਚਲ ਜੇ, ਉੱਥੇ ਕੁਝ ਬਣ ਜੂਗਾ। ਅੱਛਾ, ਇਸੇ ਗੱਲ ਨੂੰ ਲੈ ਕੇ ਕਈ ਵਾਰ ਲੋਕ ਵੀ ਕਨਫਿਊਜ਼ ਨਜ਼ਰ ਆਉਂਦੇ ਨੇ। ਅੱਜ ਮੈਂ ਭਲਾਥ ਹਲਕੇ ਤੇ ਵੀ ਦੇਖ ਰਿਹਾ ਸੀ, ਉਹ ਕਹਿ ਰਹੇ ਨੇ ਕਿ ਜਿਹੜੇ ਡਿਵੈਲਪਮੈਂਟ ਹੋਈ ਹੈ ਇਸੇ ਨੂੰ ਲੈ ਕੇ ਜਿਹੜੇ ਸਿਆਸਤਦਾਨ ਆਪਸ ਦੇ ਵਿੱਚ ਉਲਝਦੇ ਨੇ। ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਜੇਕਰ ਸਰਕਾਰੀ ਹਸਪਤਾਲ ਹੋਣ ਮੈਂ ਬਣਾਏ, ਜੇਕਰ ਸਰਕਾਰੀ ਕੋਈ ਕਾਲਜ ਹੈਗਾ ਤਾਂ ਉਹ ਵੀ ਮੈਂ ਬਣਾਇਆ, ਜਿਹੜੀ ਵੱਡੀ ਡਿਵੈਲਪਮੈਂਟ ਆ ਸਾਰੀ ਮੈਂ ਕੀਤੀ ਹੈ। ਹੁਣ ਸਰਕਾਰੀ ਕਾਲਜ ਦਾ ਕਿੱਡਾ ਝੂਠ ਬੋਲਿਆ। ਮੇਰੇ ਫਾਦਰ ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਿਨਿਸਟਰ ਸੀਗੇ ਔਰ ਗੁਰੂ ਨਾਨਕ ਸਾਹਿਬ ਦੇ 500 ਸਾਲਾ ਮਨਾਏ ਜਾ ਰਹੇ ਸੀਗੇ, ਤੇ ਉਹਦੇ 'ਚ ਉਹਨਾਂ ਨੇ ਪੰਜਾਬ 'ਚ ਨਵੇਂ ਕਾਲਜ ਕ੍ਰੀਏਟ ਕੀਤੇ। ਉਹ ਮੇਰੇ ਪਿਤਾ ਜੀ ਦਾ ਬਣਾਇਆ ਹੋਇਆ ਕਾਲਜ ਉਹ ਵੀ ਆਪਣੇ ਖਾਤੇ ਚੜਾਈ ਜਾਂਦੀ ਹੈ। ਤਾਂ ਉਦੋਂ ਰਾਜਨੀਤੀ ਜੇ ਤੇ ਟੀਚਰ ਸੀ, ਉਦੋਂ ਸ਼ੀ ਵਾਸ ਅ ਪ੍ਰਾਇਮਰੀ ਟੀਚਰ ਦੈਨ। ਕੀ ਟੀਚਰ ਇੱਕ ਸਰਕਾਰੀ ਕਾਲਜ ਬਣਾ ਸਕਦੀ ਆਪਣੀ ਕਨਸਟੀਟੂਐਂਸੀ ਵਿੱਚ? ਕਿੱਡਾ ਵੱਡਾ ਝੂਠ ਆ। ਗਵਰਨਮੈਂਟ ਹਸਪੀਟਲਸ ਜਿਹੜੇ ਨੇ ਉਹ ਸਾਰੇ ਜਿਹੜੇ ਹੈਗੇ ਨੇ ਉਹ ਆਫ ਕੋਰਸ ਸਰਕਾਰਾਂ ਬਦਲਦੀਆਂ ਰਹੀਆਂ। ਮੈਂ ਨਹੀਂ ਕਹਿੰਦਾ ਕਿ ਸਾਰੇ ਹਸਪੀਟਲ, ਮੈਂ ਕਦੀ ਕਿਹਾ ਵਾ ਕਿ ਇਕੱਲਾ ਸਾਰੇ ਮੈਂ ਹੀ ਹਸਪੀਟਲ ਬਣਾ ਦਿੱਤੇ। ਉਹ ਆਲਟਰਨੇਟ ਗਵਰਨਮੈਂਟਸ ਆਉਂਦੀਆਂ ਨੇ, ਕਦੀ ਅਕਾਲੀ ਦਲ ਦੀ ਸਰਕਾਰ ਆ ਗਈ, ਕਦੀ ਕਾਂਗਰਸ ਦੀ ਸਰਕਾਰ ਆ ਗਈ। ਬਟ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਇਹ ਐਸਜੀਪੀਸੀ ਪ੍ਰੈਜ਼ੀਡੈਂਟ ਤੇ ਮਿਨਿਸਟਰ ਰਹਿਣਾ ਨਾ ਇੱਕ ਫਰਕ ਹੁੰਦਾ। ਮੈਂ ਕਹਾਂਗਾ ਸਿੰਪਲ ਐਮਐਲਏ, ਮੈਂ ਤੁਹਾਡੇ ਸਾਹਮਣੇ ਗਣਾਤਾ ਕਿ ਤੁਸੀਂ ਬੰਦ ਦੀ 20 ਕਰੋੜ ਦੀ ਸੜਕ ਬਣਵਾਤੀ, ਇਹਨੇ ਨਹੀਂ ਬਣਵਾਤੀ, ਇਹਦੇ ਲੱਗੇ ਤੁਸੀਂ 2 ਕਿਲੋਮੀਟਰ ਤੇ ਹੀ ਆ। ਮੈਂ ਪਿਛਲੀ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਤਾਂ ਅਸੀਂ ਵਰਲਡ ਬੈਂਕ ਨੂੰ ਅਪਰੋਚ ਕਰਕੇ ਮੈਂ 33 ਵਾਟਰ ਵਰਕਸ ਦੀਆਂ ਵੱਡੀਆਂ ਸਪਲਾਈਜ਼ ਲੈ ਕੇ ਆ, ਜਿਹੜਾ 64 ਪਿੰਡਾਂ ਨੂੰ ਪੀਣ ਵਾਲਾ ਪਾਣੀ ਗਿਆ। ਸੋ ਸ਼ੀ ਵਾਜ਼ ਅ ਐਮਐਲਏ, ਸ਼ੀ ਵਾਜ਼ ਅ ਮਿਨਿਸਟਰ। ਐਕਚੁਅਲੀ ਇਹਨੂੰ ਸੁੱਝਦਾ ਹੀ ਨਹੀਂਗਾ, ਇਹ ਆਪਣਾ ਸਮਾਂ ਜ਼ਿਆਦਾ ਬਾਹਰ ਜਾਇਆ ਕਰਦੀ ਆ। ਉਹ ਕਾਲਜ ਵੀ ਜਿਹੜਾ ਬਣਿਆ ਉਹ ਸ਼੍ਰੋਮਣੀ ਅਕਾਲੀ ਦਲ ਦਾ। ਇਹ ਕਹਿੰਦੇ ਨਾ ਮੇਰੇ ਬਾਪ ਨੇ ਬਣਾਇਆ, ਕਹਿੰਦੇ ਮੇਰੇ ਬਾਪ, ਤੇਰੇ ਬਾਪ ਨੇ ਬਣਾਇਆ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਇਹ ਐਜੂਕੇਸ਼ਨ ਮਿਨਿਸਟਰ ਸੀ, ਤੇ ਪ੍ਰਕਾਸ਼ ਸਿੰਘ ਬਾਦਲ ਦੀ ਮਿਨਿਸਟਰੀ ਵੇਲੇ ਉਸ ਕਾਲਜ ਬਣਿਆ। 500 ਸਾਲਾਂ ਦੇ ਉੱਤੇ ਨਡਾਲਾ ਕਾਲਜ ਬਣਵਾਇਆ। ਬੀਬੀ ਜਗੀਰ ਕੌਰ ਦੇ ਸਹੁਰਾ ਸਾਹਿਬ ਮਿਨਿਸਟਰ ਸੀ ਮੇਰੇ, ਤੇ ਪ੍ਰਕਾਸ਼ ਸਿੰਘ ਬਾਦਲ ਮਿਨਿਸਟਰ ਸੀ। ਬੇਗਵਾਲ ਕਾਲਜ ਬਣਿਆ। ਜੇ ਆ ਜਾ ਪੋਲੀਟੈਕਨੀਕਲ ਕਾਲਜ ਜਗੀਰ ਕੌਰ ਨੇ ਬਣਾਇਆ। ਸੋ ਮੈਂ ਤੇ ਕੱਲੀ ਚੀਜ਼ ਗਿਣਾ ਦੇਣੀ ਤੁਹਾਨੂੰ, ਉਹ ਗਿਣਾ ਕੇ ਦੱਸੇ ਨਾ। ਉਹ ਕਾਲਜ ਕਾਂਗਰਸੀ ਸਰਕਾਰ 'ਚ ਨਹੀਂ ਬਣਿਆ, ਪਰ ਉਹ ਕਹਿੰਦੇ ਬਣਾਇਆ ਤਾਂ ਮੇਰੇ ਫਾਦਰ ਨੇ ਆ। ਤੇਰੇ ਫਾਦਰ ਨਾਲ ਮਿਨਿਸਟਰ ਕੌਣ ਸੀ? ਕਾਹਦਾ ਸੀ ਉਹ? ਸ਼੍ਰੋਮਣੀ ਅਕਾਲੀ ਦਲ ਦਾ। ਕੱਲ ਸ਼੍ਰੋਮਣੀ ਅਕਾਲੀ ਦਲ ਦੀ ਆ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ। ਜੇ ਉਹ ਚੀਫ ਮਿਨਿਸਟਰ ਨਾ ਹੁੰਦਾ, ਇਹਦਾ ਪਿਓ ਮਿਨਿਸਟਰ ਨਾ ਹੁੰਦਾ, ਸਰਕਾਰ ਨਾ ਹੁੰਦੀ, ਤੇ ਕੌਣ ਬਣਾ ਦਿੰਦਾ? ਇਹ ਦੱਸੋ ਮੈਨੂੰ। ਚੀਫ ਮਿਨਿਸਟਰ ਸ਼੍ਰੋਮਣੀ ਅਕਾਲੀ ਦਲ ਦਾ ਸੀ, ਇਹਦੇ ਫਾਦਰ ਐਜੂਕੇਸ਼ਨ ਮਿਨਿਸਟਰ ਸੀ, ਉਹਨੇ ਬਣਾਇਆ ਕਾਲਜ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਕਾਲਜ। ਸੋ ਇਸ ਕਰਕੇ ਇਹ ਗੱਲਾਂ ਕਹਿਣੀਆਂ, ਜੇ ਤੇਰੇ ਬਾਪ ਵੇਲੇ ਬਣਿਆ ਸ਼੍ਰੋਮਣੀ ਅਕਾਲੀ ਦਲ 'ਚੋਂ, ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਕਹਿਣਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ। ਇਹ ਕਿਉਂ ਕਹਿਣਾ ਮੈਂ ਬਣਾਇਆ, ਮੇਰੇ ਬਾਪ ਨੇ ਬਣਾਇਆ? ਤੇਰੇ ਬਾਪ ਨਹੀਂ ਸੀ ਉਹ, ਸ਼੍ਰੋਮਣੀ ਅਕਾਲੀ ਦਲ ਦਾ ਮਿਨਿਸਟਰ ਸੀ ਉਹ। ਮੈਂ 2006 ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਯਾਦਗਾਰੀ ਗੇਟ ਬਣਾਇਆ। ਉਹਨੂੰ ਕਦੀ ਇਹਨਾਂ ਨੇ ਇੱਕ ਬਾਟਾ ਵੀ ਸੀਮੈਂਟ ਦਾ ਰਿਪੇਅਰ ਨਹੀਂ ਕਰਾਈ, ਉਹਨੂੰ ਆਣ ਕੇ ਹੁਣ ਰਿਪੇਅਰ ਕਰਾਇਆ। ਤੁਸੀਂ ਸ਼ਾਇਦ ਦੇਖ ਕੇ ਆਏ ਕਿ ਨਹੀਂ ਦੇਖ ਕੇ ਆਏ। ਮੈਂ ਇਹਦੇ ਸ਼ਾਟ ਲਿਆ। ਦੂਜਾ ਗੇਟ ਅਸੀਂ ਇੱਧਰਲੇ ਪਾਸੇ ਸਿਰਫ ਕਿਉਂਕਿ ਗੱਲ ਕੱਲੀ ਵਿਕਾਸ ਜਾਂ ਕੱਲਾ ਵਿਕਾਸ ਪੱਖ ਨਹੀਂ, ਜਿੱਦਾਂ ਮੈਂ ਕਿਹਾ, ਜੇ ਸਾਡੇ ਆਪਣੇ ਜਿਹੜੇ ਚੰਗੇ ਸਤਿਕਾਰਯੋਗ ਸਾਡੇ ਇਤਿਹਾਸ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਵਰਗੇ ਜੋ ਉਹਨਾਂ ਦਾ ਯਾਦ ਨਹੀਂ ਬਣਾਵਾਂਗੇ, ਉਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਗੇਟ ਅਸੀਂ ਬਣਾਉਣ ਜਾ ਰਹੇ ਹਾਂ। ਸੋ ਵੇਅਰ ਡਸ ਸ਼ੀ ਸਟੈਂਡ? ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਸਿਰਫ ਨੀਂਹ ਪੱਥਰ ਰਖਾਏ ਨੇ, ਜਿਹੜਾ ਵਿਕਾਸ ਬਾਅਦ ਵਿੱਚ ਹੋਇਆ ਉਹ ਸਾਡੇ ਵੱਲੋਂ ਕੀਤਾ ਗਿਆ। ਦੇਖੋ ਉਹਨੂੰ ਉਹ ਨਾ ਉਹ ਝੂਠ ਬੜੀ ਬੇਸ਼ਰਮੀ ਨਾਲ ਬੋਲ ਲੈਂਦੀ, ਉਹਦੀ ਬੜੀ ਕੁਆਲਿਟੀ ਆ ਉਹਦੀ। ਉਦੋਂ ਤੋਂ ਤੁਸੀਂ ਬੈਠੇ, ਮਤਲਬ ਤੁਸੀਂ ਭਾਵੇਂ ਉਹਨੂੰ ਉਹ ਦਿਨ ਨੂੰ ਰਾਤ ਵੀ ਕਹਿ ਸਕਦੀ ਆ, ਵਿਚ ਆਈ ਕੈਨੋਟ ਸੇ, ਮੈਂ ਕਦੀ ਨਹੀਂ ਕੀਤਾ।
ਲੋਕਲੀ ਗੱਲ ਇਸ ਤੇ ਆਪਾਂ ਇੱਕ ਬਹਿਸ ਰੱਖ ਲਓ ਔਰ ਤੁਸੀਂ ਇਨਵੈਸਟੀਗੇਟ ਕਰੋ ਉਸ ਮੈਟਰ ਨੂੰ ਕਿ 2006 ਵਿੱਚ ਉਦੋਂ ਮੇਰੇ ਖਿਆਲ 30-35 ਲੱਖ ਰੁਪਏ ਦੀ ਲਾਗਤ ਨਾਲ ਗੇਟ ਅਪਰੂਵ ਹੋਇਆ। ਚੀਫ ਮਿਨਿਸਟਰ ਨੇ ਆਪਣੇ ਫੰਡ ਚੋਂ ਪੈਸੇ ਦਿੱਤੇ, ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੰਡ ਚੋਂ, ਤੇ 2006 ਤੋਂ ਲੈ ਕੇ ਤੇ 2007 ਵਿੱਚ ਇਲੈਕਸ਼ਨ ਆਉਂਦੀ ਆ। ਉਸ ਦੌਰਾਨ ਗੇਟ ਬਣ ਚੁੱਕਾ ਸੀਗਾ ਜਾਂ 70-80% ਗੇਟ ਦੀ ਕੰਸਟਰਕਸ਼ਨ ਹੋ ਚੁੱਕੀ ਸੀ। ਇਹਨੇ ਪੈਸੇ ਕਿਹੜੇ ਦਵਾਏ ਜੀ? ਫਿਰ ਦੱਸੋ ਬਾਅਦ ਚ ਕਦੋਂ ਆਣ ਕੇ ਦਵਾਏ? ਡਸ ਸ਼ੀ ਹੈਵ ਐਨੀ ਰਿਕਾਰਡ? ਉਹਦੇ ਤੇ ਜਾ ਕੇ ਦੇਖ ਲਓਗੇ, ਉਹਦੇ ਤੇ ਨੇਮ ਪਲੇਟ ਕਿਹਦੀ ਲੱਗੀ ਆ? ਕੈਪਟਨ ਅਮਰਿੰਦਰ ਸਿੰਘ ਦੀ ਲੱਗੀ ਆ। ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ, ਮੇਰਾ ਇੱਕ ਸਵਾਲ ਲੈ ਲਓ, ਉਹ ਕਹਿੰਦੇ ਨੇ ਕਿ ਸਿਰਫ 70 ਤੋਂ 80% ਜਿਹੜਾ ਸੀਗਾ ਉਹ ਕੰਮ ਸਾਡੀ ਸਰਕਾਰ ਨੇ ਕਰਵਾਤਾ ਸੀ, ਸਿਰਫ ਕੋਈ 10 ਤੋਂ 20% ਕੰਮ ਰਹਿ ਗਿਆ ਸੀਗਾ ਜਦੋਂ ਸਰਕਾਰ ਆਈ। ਤੁਸੀਂ ਇਦਾਂ ਕਰੋ, ਸਰਕਾਰੀ ਅੰਕੜੇ ਦੇ ਅਨੁਸਾਰ ਪੈਸਾ ਰਿਲੀਜ਼ ਕਦੋਂ ਆਇਆ ਉਹ ਹੀ ਦੇਖ ਲਈਏ। ਦੇਖੋ ਗੱਲ ਤੇ ਇਹ ਹੈ ਨਾ ਜੀ, ਮੈਂ ਨਹੀਂ ਕਹਿੰਦੀ, ਮੈਂ ਕੀ ਲੈਣਾ ਜੀ ਇਸ ਗੱਲ ਦੇ ਉੱਤੇ, ਉਹਨੇ ਹੀ ਬਣਾਤਾ ਸਹੀ, ਪਰ ਗੱਲ ਇਹ ਹੈ ਕਿ ਪੈਸਾ ਰਿਲੀਜ਼ ਕਰਕੇ ਗੇਟ ਬਣਵਾਇਆ ਕਿੰਨੇ ਹੈ, ਉਹ ਤੇ ਉਹੀ ਬਣਾਊਗਾ ਨਾ ਜਿਹਨੇ ਪੈਸਾ ਰਿਲੀਜ਼ ਕਰਾਇਆ। ਉਹ ਗੇਟ ਬਣ ਗਿਆ। ਅਸੀਂ ਉਦੋਂ ਕਿਉਂਕਿ ਅਸੀਂ ਚੰਗਾ ਨਹੀਂ ਸਮਝਦੇ, ਐਵੇਂ ਗੇਟਾਂ ਦੇ ਉੱਤੇ ਬਣਿਆ ਸੀਗਾ ਪੱਥਰ, ਅਸੀਂ ਫੁੱਲਾਂ ਦੀ ਵਰਖਾ ਕਰਕੇ ਤੇ ਉਹਨੂੰ ਉਦਘਾਟਨ ਕਰ ਦਿੱਤਾ। ਚਲੋ ਬਣ ਗਿਆ। ਹੁਣ ਬੜਾ ਅਫਸੋਸ ਹੈ ਕਿ ਉਹ ਗੇਟ ਦਾ ਪੱਥਰ ਜੇ ਖਰਾਬ ਹੋਏ ਸੀਗੇ। ਹੁਣ PWD ਵਾਲਾ ਨੈਚੁਰਲੀ ਹੈ ਵੀ 2-3 ਮਹੀਨੇ ਦਾ ਅਸੀਂ ਕਹੀ ਜਾਂਦੇ ਸੀ ਐਕਸੀਅਨ ਨੂੰ, ਜੇਈ ਨੂੰ, ਮੈਂ ਕਿਹੜਾ ਕਾਕਾ ਇਹਨੂੰ ਚੱਲ ਸਜਾ ਸਜੂ ਦਿਓ ਮਾੜਾ ਮੋਟਾ, ਉਹਦੀ ਕਲੀ ਕੁਲੀ ਉਤਰੀ ਹੈ ਜੇ ਕਰ ਦਿਓ। ਉਹ ਕਲੀ ਹੋ ਗਈ, ਵਾਈਟ ਕੀ ਨਾ ਵਾਈਟ ਵਾਸ਼ ਦਾ ਕਰੀਦਾ, ਉਹਨੂੰ ਵੀ ਉਦਘਾਟਨ ਕੀਤਾ। 6-7 ਸਾਲ ਦੀ, ਕਦੇ 10 ਸਾਲ ਦੀ ਬਣੀ ਚੀਜ਼ ਕਿੰਨੇ ਹੋ ਗਏ ਜੀ? 6 ਤੋਂ 10 ਤੱਕ ਹੋ ਰਹੇ, 11 ਤੱਕ ਉਦੋਂ ਦੇ ਬਣੇ ਨੂੰ ਅੱਜ ਮੁੜ ਕੇ ਪੱਥਰ ਉੱਥੇ ਬੋਰਡ ਲਾ ਰਿਹਾ। ਉਹ ਇਹ ਪੇਂਟ ਨੂੰ ਵੀ ਲੈ ਕੇ ਕਹਿੰਦੇ ਬੀਬੀ ਜਗੀਰ ਕਰੋ ਹਣਾ ਨੇ ਇੱਕ ਬਾਟਾ ਸੀਮੈਂਟ ਨਹੀਂ ਲਾਇਆ ਉੱਤੇ, ਤੇ ਇੰਨੇ ਸਮੇਂ ਤੋਂ ਖਰਾਬ ਹੋ ਗਿਆ ਗੇਟ, ਤੇ ਉਹਦਾ ਪੇਂਟ ਵੀ ਹੁਣ ਮੈਂ ਕਰਵਾਇਆ। ਤੂੰ ਲਾਇਆ। ਸਰਕਾਰ ਨੇ ਹਮੇਸ਼ਾ 10 ਸਾਲਾਂ ਬਾਅਦ 15 ਸਾਲਾਂ ਬਾਅਦ ਕੁਝ ਨਾ ਕੁਝ ਕਰਨਾ ਹੁੰਦਾ, ਜਾਂ ਤੇ ਇਹਨੇ ਲਾਇਆ ਬੜਾ, ਇਹ ਹੈ ਕੋਈ ਕਰੋੜਾਂ 2 ਕਰੋੜ ਦੀ ਚੀਜ਼ ਹੈ, ਕੋਈ 2-4 ਕਰੋੜ ਦੀ। ਮੈਨੂੰ ਬੜਾ ਅਫਸੋਸ ਹੈ ਜੀ, ਇਹ ਬੰਦਾ ਜੀ ਇਹਨੂੰ ਵੀ ਬਹੁਤ ਵੱਡੀ ਗੱਲ ਸਮਝਦਾ ਕਿ ਪੇਂਟ ਕਰਤਾ ਸਰਕਾਰ ਨੇ। ਤੇਰੀ ਸਰਕਾਰ ਨਹੀਂ ਹੈ, ਤੂੰ ਤੇ ਆਮ ਆਦਮੀ ਪਾਰਟੀ ਦਾ, ਤੇਰੀ ਸਰਕਾਰ ਕਾਹਦੀ ਸੀ? ਰਾਣਾ ਸਾਹਿਬ, ਤੁਹਾਡੇ ਹਲਕੇ ਦੇ ਵਿੱਚ ਇੱਕ ਬੇਗੋਵਾਲ ਦੇ ਵਿੱਚ ਇੱਕ ਗੇਟ ਆ, ਕਹਿੰਦੇ ਸੰਤਾਂ ਦੇ ਨਾਮ ਦਾ ਬਣਿਆ, ਉਸ ਗੇਟ ਨੂੰ ਲੈ ਕੇ ਬੜੀ ਸਿਆਸਤ ਹੋ ਰਹੀ ਹੈ। ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਅਸੀਂ ਬਣਾਇਆ, ਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਮੈਂ ਬਣਾਇਆ। ਤੁਸੀਂ ਤੀਜੀ ਧਿਰ ਵਜੋਂ ਤੁਹਾਨੂੰ ਕੀ ਲੱਗਦਾ ਇਹ ਗੇਟ ਬਣਾਇਆ ਕਿੰਨੇ ਸੀਗਾ? ਦੇਖੋ ਜੀ, ਗੇਟ ਤਾਂ ਬਣਾਇਆ ਕੈਪਟਨ ਸਾਹਿਬ ਨੇ, ਤੇ ਉਸ ਤੋਂ ਬਾਅਦ ਇਹਦਾ ਗੇਟ ਤੇ ਜਿੰਨੇ ਦਾ ਬਣਿਆ ਉਹਦਾ ਵੀ ਐਸਟੀਮੇਟ ਲਾ ਲੈਣਾ ਚਾਹੀਦਾ, ਵਿਰੋਧੀਆਂ ਨੂੰ ਵੀ, ਸਾਰਿਆਂ ਨੂੰ, ਪੱਤਰਕਾਰਾਂ ਨੂੰ ਵੀ। ਉਹ 'ਚੋਂ ਇਹਨਾਂ ਪੈਸੇ ਚੰਗੇ ਛਕੇ ਆ, ਤੇ ਹੁਣ ਵੀ ਰਿਪੇਅਰ ਕਰਨ ਦੇ ਛਕ ਰਹੇ ਆ। ਗੱਬ ਇਹਨਾਂ ਦਾ ਇਹ ਹੈ ਕਿ ਗ੍ਰਾਂਟ ਉਹੀ ਲੈਂਦੇ ਜਿਸ 'ਚ ਇਹਨਾਂ ਨੂੰ ਪੈਸੇ ਬਚਣ, ਦੂਜੀ ਗ੍ਰਾਂਟ ਨਹੀਂ ਲੈਂਦੇ ਹੈਗੇ। ਇਹਨਾਂ ਦਾ ਬਹੁਤ ਤੇਲ ਲੱਗਦਾ ਹੈ। ਤੇ ਹੁਣ ਦੇਖੋ, ਇੱਕ ਹੋਰ ਇਹਨਾਂ ਦੀ ਬੜੀ ਵੱਡੀ ਗੱਲ ਹੈ, ਦੋਵੇਂ ਸਾਡੇ ਲੀਡਰ ਕੰਮ ਕਿਸੇ ਦਾ ਕਰਦੇ ਨਹੀਂ, ਹਾਂ ਗਰੀਬਾਂ ਨੂੰ ਅੰਦਰ ਜ਼ਰੂਰ ਕਰਾ ਦਿੰਦੇ ਆ। ਕਿ ਜ਼ਿਆਦਾ ਸਮਾਂ ਸੁਖਬੀਰ ਬਾਦਲ ਤੇ ਵੱਡੇ ਬਾਦਲ ਦੇ ਮਗਰੀ ਫਿਰਦੇ ਰਹੇ ਆ, ਉਹਨਾਂ ਦੀ ਹੀ ਤਾਰੀਫਾਂ ਕਰਦੀ ਥੱਕਦੀ ਨਹੀਂ ਗੀ, ਉਹਨਾਂ ਦੇ ਪੁਲ ਬਣਦੀ ਥੱਕਦੀ ਨਹੀਂ ਗੀ। ਔਰ ਲੋਕਾਂ ਨੂੰ ਸ਼ੁਭਾ ਵਾ ਕਿ ਜਿਹੜਾ ਸੰਤ ਬਾਬਾ ਪ੍ਰੇਮ ਸਿੰਘ ਦੇ ਗੁਰਦੁਆਰੇ ਦੀ ਗੋਲਕ 'ਚ ਬਹੁਤ ਵੱਡਾ ਹਿੱਸਾ ਇਹ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਬੁਲਾ ਕੇ ਡੇਰੇ ਤੇ ਮੇਲਿਆਂ ਦੇ ਉੱਤੇ ਦਿੰਦੀ ਰਹੀ ਹੈ। ਮੈਂ ਤੁਹਾਨੂੰ ਸਿੰਪਲ ਇਸ਼ੂ ਦੱਸਦਾ ਕਿ ਇਹ ਪਿਛਲੇ 5 ਇਲੈਕਸ਼ਨਾਂ ਲੜ ਲਈਆਂ, ਮਿਨਿਸਟਰ ਵੀ ਰਹਿ ਗਈ, ਮੇਰੇ ਖਿਆਲ ਜ਼ਿਆਦਾ ਨਹੀਂ ਤਾਂ ਬਾਦਲ 12-13 ਵਾਰੀ ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਤੇ ਆਇਆ, ਤੇ ਮੈਨੂੰ ਦੱਸਣ ਸੰਤ ਬਾਬਾ ਪ੍ਰੇਮ ਸਿੰਘ ਦੀ ਯਾਦ ਵਿੱਚ ਕੁਝ ਬਣਾਇਆ ਇਹਨਾਂ ਨੇ ਅੱਜ ਤੱਕ? ਅੱਛਾ, ਗੁਰਦੁਆਰਾ ਸਾਹਿਬ ਨੂੰ ਲੈ ਕੇ ਵੀ ਸੁਖਪਾਲ ਸਿੰਘ ਖਹਿਰਾ ਸਵਾਲ ਖੜੇ ਕਰਦੇ, ਕਹਿੰਦੇ ਨੇ ਕਿ ਇੱਥੋਂ ਜਿੰਨੀ ਮਾਇਆ ਇਕੱਠੀ ਹੁੰਦੀ ਹੈ ਸਾਰੀ ਬੀਬੀ ਜਗੀਰ ਕੌਰ ਬਾਦਲਾਂ ਤੱਕ ਪਹੁੰਚਾ ਦਿੰਦੇ ਨੇ। ਚਲੋ ਛੱਡੋ ਜੀ, ਹੁਣ ਮੈਂ ਉਹਦੇ ਜਵਾਬ ਦੇਈ ਜਾਵਾਂ ਜਿਹੜਾ ਬੇਵਕੂਫ ਬੰਦਾ ਹੈ, ਉਹਦੇ ਮੈਂ ਜਵਾਬ ਕੀ ਦੇਵਾਂ ਜੀ? ਇੱਥੇ ਮਾਇਆ ਕਿਤੇ ਅਰਬਾਂ ਰੁਪਏ ਨਹੀਂ ਆਉਂਦੇ, ਜਿਹੜੇ ਬਾਦਲਾਂ ਦੇ ਭੁੱਖ ਪਈ ਹੋਵੇ ਤੇ ਮੈਂ ਉਹਨੂੰ ਦਿਆਂ ਮੈਂ ਜਾ ਕੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੇਰੇ ਤੋਂ ਹਜ਼ਾਰਾਂ ਗੁਣਾ ਅਮੀਰ ਹੈ, ਉਹਦੀ ਆਮਦਨ ਹੈ। ਇੱਥੇ ਬਾਬਾ ਪ੍ਰੇਮ ਸਿੰਘ ਦੇ ਸਥਾਨ ਦੇ ਉੱਤੇ ਤੂੰ ਕਿੰਨੀ ਵਾਰੀ ਆ ਕੇ ਮੱਥਾ ਟੇਕਿਆ? ਤੂੰ ਕਿੰਨੀ ਵਾਰੀ ਇੱਥੇ ਆ ਕੇ ਪੈਸੇ ਦਿੱਤੇ? ਤੈਨੂੰ ਕੀ ਤਕਲੀਫ ਹੈ? ਇਹ ਸੰਗਤ ਸ਼ਰਧਾ ਨਾਲ ਮੱਥਾ ਟੇਕਦੀ ਹੈ, ਗੁਰਦੁਆਰਾ ਚੱਲਦਾ, ਲੰਗਰ ਚੱਲਦਾ, ਮੇਨਟੇਨੈਂਸ ਹੁੰਦੀ ਤੇ ਉੱਥੇ ਡਿਵੈਲਪਮੈਂਟ ਹੁੰਦੀ ਹੈ। ਤੈਨੂੰ ਕੀ ਤਕਲੀਫ ਹੈ? ਤੈਨੂੰ ਇਹ ਵੀ ਚੁੱਭਦੀ ਹੈ? ਤੂੰ ਤਾਂ ਕਦੀ ਮੈਨੂੰ ਲੱਗਦਾ ਆ ਕੇ 5 ਰੁਪਏ ਮੱਥਾ ਟੇਕਿਆ ਹੋਣਾ, ਤੈਨੂੰ ਕੋਈ ਤਕਲੀਫ ਹੈ? ਜੇ ਤਾਂ ਤੂੰ ਆ ਕੇ ਮੱਥਾ ਟੇਕਿਆ ਨਾ ਬੜਾ ਕਰੋੜਾਂ ਰੁਪਏ ਦੇ ਗਿਆ, ਉਹਦਾ ਹਿਸਾਬ ਕਿਤਾਬ ਮੇਰੇ ਕੋਲ ਮੰਗ ਲੈ। ਜੇ ਸੰਗਤ ਦਾ ਮੱਥਾ ਟੇਕਿਆ ਤੈਨੂੰ ਕਾਹਦਾ ਚੁੱਭਦਾ ਜੀ? ਤੂੰ ਇੱਕ ਪਾਸੇ ਸੰਤਾਂ ਦੇ ਅਸਥਾਨ ਦਾ ਵੈਰੀ ਹੈ, ਸੰਤਾਂ ਦੇ ਅਸਥਾਨ ਨੂੰ ਤੂੰ ਦੁਨੀਆ ਦੇ ਵਿੱਚ ਬਦਨਾਮ ਕਰਨਾ ਚਾਹੁੰਦਾ, ਦੂਜੇ ਪਾਸੇ ਕਹਿੰਦਾ ਮੈਂ ਗੇਟ ਬਣਾ ਕੇ ਬੜਾ ਵੱਡਾ ਕੰਮ ਕਰ ਦਿੱਤਾ। ਤੂੰ ਘਰੋਂ ਬਣਾਇਆ?
ਸਰਕਾਰ ਦਾ ਪੈਸਾ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਲਾਇਆ, ਤੈਨੂੰ ਕੀ ਤਕਲੀਫ ਹੈ? ਇਸ ਕਰਕੇ ਛੱਡੋ ਜੀ, ਉਹਦੀਆਂ ਗੱਲਾਂ ਨਾ ਕਰੋ, ਹੋਰ ਕੋਈ ਗੱਲ ਕਰੋ ਮੇਰੇ। ਇਹਨਾਂ ਨੇ ਮਾਲਕ ਰਹਿਣਾ, ਉਹਦੇ ਪੈਸੇ ਆਪ ਵਰਤਨੇ ਆ, ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਚਾਹੀਦੇ ਤੇ ਮੈਂਬਰ ਵੀ ਨਹੀਂ ਚਾਹੀਦੇ। ਤੇ ਇਹ ਵੀ ਇੱਕ ਬਹੁਤ ਜ਼ਿਆਦੀ ਸਮਝ ਲਓ ਕਿ ਲੋਕਾਂ ਨਾਲ ਠੱਗੀ ਹੈ। ਜਿਹੜੀ ਬੀਬੀ ਜੀ ਦੀ, ਮੈਂ ਤਾਂ ਕੋਈ ਅਜੇ ਤੱਕ ਮੈਂ ਉਹਨਾਂ ਦੇ ਨਾਲ ਰਿਹਾ ਤੇ ਲਾਰੇ ਹੀ ਲਾਏ ਆ, ਕੋਈ ਇਹਨਾਂ ਨੇ ਕੋਈ ਕੰਮ ਕਿਸੇ ਦਾ ਨਹੀਂ ਕਰਾਇਆ। ਹਾਂ, ਇੰਨਾ ਜ਼ਰੂਰ ਕੀਤਾ SHO ਕੋ ਵੀ, DSP ਕੋ ਵੀ, ਤਹਿਸੀਲਦਾਰ ਕੋ ਵੀ, SDM ਕੋ ਵੀ, ਸਾਰਿਆਂ ਕੋਈ ਹਿੱਸੇ ਜ਼ਰੂਰ ਲਏ ਆ, ਮਹੀਨੇ ਜ਼ਰੂਰ ਬੰਨੇ ਸੀ। ਤੇ ਇੱਥੋਂ ਤੱਕ ਕਿ ਜਿਹੜੇ ਮੁਨਸ਼ੀ ਹੁੰਦੇ ਸੀ ਉਹਨਾਂ ਦੀ ਬਦਲੀ ਕਰਨ ਦੇ ਪੈਸੇ ਲਏ ਆ, ਸਾਰੇ ਅਫਸਰਾਂ ਨੂੰ ਬਦਲੀ ਕਰਨ ਦੇ ਪੈਸੇ ਲਏ ਆ। ਪਰ ਰਾਣਾ ਸਾਹਿਬ, ਇਹ ਇਲਜ਼ਾਮ ਨੇ, ਸੁਖਪਾਲ ਖਹਿਰਾ ਵੀ ਕਹਿੰਦੇ ਨੇ, ਬੀਬੀ ਜਗੀਰ ਕੌਰ ਵੀ ਕਹਿੰਦੇ ਨੇ ਕਿ ਸਾਡੇ ਖਿਲਾਫ ਕੋਈ ਪ੍ਰੂਫ ਨਹੀਂ ਹੈਗਾ, ਜੇ ਕੋਈ ਪ੍ਰੂਫ ਹੈਗਾ ਤਾਂ ਦਿਓ। ਦੇਖੋ ਜੀ, ਪ੍ਰੂਫ ਜਿਹੜੇ ਆ, ਹੁਣ ਪ੍ਰੂਫ ਤੇ ਫਿਰ ਦੇ ਦਿਆਂਗੇ। ਸਰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਮ ਪਾਰਟੀ ਦੀ ਬਣਾਉਣੀ ਹੈ, ਕੱਲਾ ਕੱਲਾ ਪ੍ਰੂਫ ਵੀ ਦਿਆਂਗੇ। ਤੇ 7 ਸੂਤ ਦਾ ਸਰੀਆ ਲੱਗਾ ਹੁੰਦਾ ਜੇਲ੍ਹਾਂ ਨੂੰ, ਉਹਦੇ ਅੰਦਰ ਵੀ ਡਕਾਂਗੇ। ਨਾ ਕਰਪਸ਼ਨ ਕਰਾਂਗੇ, ਨਾ ਕਰਪਸ਼ਨ ਪਹਿਲੀ ਜਰਾਂਗੇ, ਪਹਿਲੀ ਵੀ ਨਹੀਂ ਜਰਾਂਗੇ। ਜਿਹੜੀ ਪਹਿਲਾਂ ਦੀ ਕੀਤੀ ਉਹਦੀ ਵੀ ਇਨਕੁਆਇਰੀ ਹੋਏਗੀ, ਉਹਦੀ ਇਮਾਨਦਾਰੀ ਨਾਲ, ਕਿਸੇ ਵੈਰ ਵਿਰੋਧ ਨਾਲ ਨਹੀਂ ਤਰੀਕੇ ਨਾਲ। ਤੇ ਜਦੋਂ ਇਹ ਤੁਹਾਡੇ ਸਾਹਮਣੇ ਸਾਰਿਆਂ ਦੇ ਆ ਜਾਊਗੀ, ਜਦੋਂ ਹੁਣ ਕਰਪਸ਼ਨ ਤੇ ਲੋਕ ਕਹਿ ਰਹੇ ਆ, ਲੋਕਾਂ ਨੂੰ ਪੁੱਛ ਲਓ ਜਾ ਕੇ, ਪ੍ਰੂਫ ਛੱਡਦੇ ਆ ਲੋਕ। ਇਹ ਸਰਕਾਰ ਹੈ, ਜਿਹੜਾ ਕੋਈ ਬੋਲਦਾ ਉਹਨੂੰ ਅੰਦਰ ਦਿੰਦੇ ਹੋ ਤੇ 26 ਦਾ ਪਰਚਾ ਕਰਾਉਂਦੇ ਆ, ਪ੍ਰੂਫ ਕਿੱਦਾਂ ਰਹੂਗਾ? ਇੱਦਾਂ ਕਰੋ, RTI ਪਾ ਕੇ ਨਾ, ਕਿੰਨਾ ਪੈਸਾ ਸਾਡੇ ਵੇਲੇ ਲੱਗਾ, ਕਿੰਨਾ ਪੈਸਾ ਐਸ ਸਰਕਾਰ ਨੇ ਲਾਇਆ, ਤੇ ਖਹਿਰੇ ਦੇ ਆਉਣ ਤੋਂ ਬਾਅਦ ਕਿੰਨਾ ਲੱਗਾ। ਉਹ ਕਹਿੰਦੇ ਕਿ ਬਹਿਸ ਰੱਖ ਲਓ। ਮੈਨੂੰ ਕੀ ਲੋੜ ਹੈ ਜੀ? ਉਹਦਾ ਤਾਂ ਕੰਮ ਵਿਹਲਾ ਝੂਠਾ ਬਹਿਸ ਕਰਨਾ ਹੀ ਹੈ ਜੀ। ਮੈਂ ਇਹੋ ਜਿਹੇ ਬੰਦੇ ਨਾਲ, ਮੇਰਾ ਕੀ ਸਟੇਟਸ ਹੈ ਜੀ ਤੇ ਉਹਦਾ ਕੀ ਸਟੇਟਸ ਹੈ, ਇਹ ਦੇਖੋ। ਮੈਂ ਇਹੋ ਜਿਹੇ ਬੰਦਿਆਂ ਨਾਲ ਬਹਿਸ ਨਹੀਂ ਕਰਨਾ ਚਾਹੁੰਦੀ। ਮੈਂ ਕਿਉਂ ਕਰੂੰਗੀ ਜੀ ਇਹਨਾਂ ਦੇ ਬਹਿਸ? ਇਹ ਮੈਂ ਝੂਠ ਨਾਲ ਨਹੀਂ ਗੱਲ ਕਰ ਸਕਦੀ। ਸਕੂਲਾਂ ਦੇ ਜਵਾਬ ਲੋਕਾਂ ਨੇ ਦੇ ਦੇਣੇ ਜੀ, ਡਿਵੈਲਪਮੈਂਟ ਦੇ ਜਵਾਬ ਲੋਕਾਂ ਨੇ ਦੇਣੇ ਆ, ਮੈਨੂੰ ਕੀ ਲੋੜ ਇਹਨੂੰ ਕਹਿਣ ਦੀ? ਗੱਲ ਖਤਮ। ਆਪਾਂ ਕਰਾਂਗੇ ਸੇਵਾ, ਸੇਵਾ ਦੇ ਬਦਲੇ 'ਚ ਲੋਕ ਸਾਨੂੰ ਸੇਵਾ ਦੇਣਗੇ, ਜਿਹਨੂੰ ਚੰਗਾ ਸਮਝਣਗੇ ਉਹਨੂੰ ਵੋਟ ਦੇ ਦੇਣ। ਉਹਨਾਂ ਨੇ ਵੇਖੋ ਜੀ, ਇੱਕ ਬਹੁਤ ਘਟੀਆ ਗੱਲ ਹੈ ਕਿ ਬੀਬੀ ਜੀ ਲੋਕਾਂ ਦੇ ਗੁਰਦੁਆਰੇ ਜਿੰਨੇ ਪੁਰਾਣੇ ਸੀ ਇਤਿਹਾਸਕ, ਉਹ ਸਾਰੇ ਜਿਹੜੇ ਕਬਜ਼ੇ 'ਚ ਕਰਕੇ ਸ਼੍ਰੋਮਣੀ ਕਮੇਟੀ ਦੇ ਅੰਡਰ ਹੋ ਗਏ ਆ। ਤੇ ਬੀਬੀ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਇਤਿਹਾਸਕ ਹੈ, ਉਹਨੂੰ ਇਹ ਸ਼੍ਰੋਮਣੀ ਕਮੇਟੀ ਦੇ ਆਪ ਪ੍ਰਧਾਨ ਹੈ, ਉਹਨੂੰ ਵੇਖੋ ਇਹ ਹੈਂਡਓਵਰ ਨਹੀਂ ਕਰ ਰਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਇਹ ਵੀ ਇੱਕ ਬਹੁਤ ਜ਼ਿਆਦਾ ਕਰਪਸ਼ਨ ਵਾਲੀ ਗੱਲ ਹੈ। ਤੇ ਜੇ ਇਹ ਪਹਿਲੀ ਗੱਲ ਤਾਂ ਫਿਰ ਇਹਨਾਂ ਨੇ ਜੇ ਆਪ ਡੇਰੇ ਦੇ ਇਹਨਾਂ ਨੇ ਮਾਲਕ ਰਹਿਣਾ, ਉਹਦੇ ਪੈਸੇ ਆਪ ਵਰਤਨੇ ਆ, ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਚਾਹੀਦੇ ਤੇ ਮੈਂਬਰ ਵੀ ਨਹੀਂ ਚਾਹੀਦੇ। ਤੇ ਇਹ ਵੀ ਇੱਕ ਬਹੁਤ ਜ਼ਿਆਦਾ ਸਮਝ ਲਓ ਕਿ ਲੋਕਾਂ ਨਾਲ ਠੱਗੀ ਹੈ। ਤੁਹਾਡੇ ਗੁਰਦੁਆਰੇ ਨੂੰ ਲੈ ਕੇ ਸਵਾਲ ਰਣਜੀਤ ਰਾਣਾ ਵੀ ਕਰਦੇ, ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਜਿਹੜੇ ਗੁਰਦੁਆਰੇ ਦੇ ਵਿੱਚ ਜ਼ਿਆਦਾ ਕਮਾਈ ਹੋਣ ਲੱਗਦੀ ਉਸ ਨੂੰ ਆਪਣੇ ਅੰਡਰ ਲੈ ਲੈਂਦੇ ਨੇ, ਇਹ ਗੁਰਦੁਆਰਾ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਆਪਣੇ ਅੰਡਰ ਲੈਂਦੀ? ਉਹਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਫੰਕਸ਼ਨਿੰਗ ਕੀ ਹੈ। ਮੈਨੂੰ ਲੱਗਦਾ ਉਹ ਤੇ ਕਦੀ ਜਾ ਕੇ ਮੱਥਾ ਵੀ ਟੇਕਣ ਗਏ ਉਹਨੇ। SGPC ਦੀ ਫੰਕਸ਼ਨਿੰਗ ਦਾ 80% ਲੋਕਾਂ ਨੂੰ ਪਤਾ ਹੀ ਨਹੀਂ। ਇਹ ਕਲੈਰਿਟੀ ਬਹੁਤ ਜ਼ਰੂਰੀ ਹੈ, ਮੈਂ ਤਾਂ ਹੀ ਸਵਾਲ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੀ ਕੋਈ ਗੁਰਦੁਆਰਾ ਆਪਣੇ ਅੰਡਰ ਨਹੀਂ ਲਿਆ ਜਦ ਤੱਕ ਲੋਕ ਲਿਖ ਕੇ ਨਹੀਂ ਦਿੰਦੇ। ਨੰਬਰ 1, ਲੋਕ ਜਿੱਥੇ ਲੜਾਈ ਪੈ ਜਾਂਦੀ ਹੈ, ਝਗੜਾ ਪੈ ਜਾਂਦਾ, ਫਿਰ ਕਮੇਟੀਆਂ ਬਣ ਜਾਂਦੀਆਂ, ਉਹ ਫਿਰ ਆਖਰਕਾਰ ਪਿੰਡਾਂ ਵਾਲੇ ਲਿਖ ਕੇ ਦਿੰਦੇ ਆ ਕਿ ਇਹ ਗੁਰਦੁਆਰਾ ਤੁਸੀਂ ਲੈ ਲਓ, ਸਾਡੇ ਕੋਲ ਨਹੀਂ ਚੱਲਦਾ। ਜਦ ਤੱਕ ਲੋਕ ਇਲਾਕੇ ਦੇ ਜਾਂ ਉਸ ਪਿੰਡ ਦੇ ਨਹੀਂ ਲਿਖ ਕੇ ਦਿੰਦੇ, ਉਨ੍ਹਾਂ ਤੱਕ ਅੱਜ ਤੱਕ ਕੋਈ ਕਹਿ ਦੇਵੇ ਵੀ SGPC ਨੇ ਕੋਈ ਧੱਕੇ ਨਾਲ ਕੋਈ ਗੁਰਦੁਆਰਾ ਲਿਆ ਕੋਈ। ਸੁਖਪਾਲ ਸਿੰਘ ਖਹਿਰਾ ਤੇ ਇਸ ਵਾਰ ਬੀਬੀ ਜਗੀਰ ਕੌਰ ਹੋਣਾ ਦੇ ਵਿਚਕਾਰ ਲੋਕ ਮੁਕਾਬਲਾ ਦੇਖਦੇ ਪਏ ਨੇ। ਤੁਹਾਨੂੰ ਕੀ ਲੱਗਦਾ ਕਿਹੜਾ ਲੀਡਰ ਹੋਣਾ ਚਾਹੀਦਾ? ਸਾਡੇ ਜੀ ਬੀਬੀ ਜਗੀਰ ਕੌਰ ਹੋਣੀ ਚਾਹੀਦੀ। 2022 ਦੀ ਚੋਣਾਂ 'ਚ ਸੁਖਪਾਲ ਸਿੰਘ ਖਹਿਰਾ ਬਿਲਕੁਲ ਕਲੀਅਰ MLA ਬਣ ਗਏ। ਦੋ ਲੀਡਰਾਂ ਤੋਂ ਵਿੱਚੋਂ ਕੋਈ ਚਾਹੁੰਦੇ ਹੋ ਕਿ ਜਾਂ ਵਾਕਈ ਨਵਾਂ ਬਦਲ ਹੋਣਾ ਚਾਹੀਦਾ ਕੋਈ? ਸਾਨੂੰ ਸਿਰਫ ਆਪਣੇ ਹਲਕੇ ਨਾਲ ਇਹ ਕਿ ਕੁਛ ਇੱਥੇ ਡਿਵੈਲਪਮੈਂਟ। ਤੁਸੀਂ ਕੀ ਦੇਖਦੇ ਹੋ ਇਸ ਵਾਰ ਕਿਹੜਾ ਲੀਡਰ ਆਏਗਾ? ਐਤਕੀ ਆਣੀ ਚਾਹੀਦੀ ਹੈ ਬੀਬੀ ਜੀ। ਖਹਿਰਾ ਤਾਂ ਕਿਸੇ ਕੰਮ ਦਾ ਹੀ ਨਹੀਂ, ਪਰ ਸੱਚੀ ਦੱਸੀਏ, ਕਦੀ ਕਿਸੇ ਪਾਰਟੀ ਜਾਂਦਾ, ਕਦੀ ਕਿਸੇ ਪਾਰਟੀ ਜਾਂਦਾ, ਇਹਦਾ ਕੋਈ ਦੀਨ ਮਜਬ ਹੈ ਹੀ ਨਹੀਂ। ਇੱਥੇ ਜਾ ਕੇ ਬਣ ਕੇ ਗਿਆ, 5 ਸਾਲ ਰਿਹਾ ਤੇ 5 ਸਾਲ ਇੱਥੇ ਗੇੜਾ ਨਹੀਂ ਮਾਰਿਆ। ਹੁਣ ਵੋਟਾਂ ਆ ਗਈਆਂ ਤੇ ਵੋਟਾਂ ਵਾਰੀ ਹੈ, ਹੁਣ ਮੂੰਹ ਚੁੱਕ ਕੇ ਤੇ ਆ ਗਏ। ਤੁਹਾਨੂੰ ਕੀ ਲੱਗਦਾ ਕਿ ਟੱਕਰ ਕਿਹੜੇ ਲੀਡਰਾਂ ਦੇ ਵਿੱਚ ਹੋਣ ਵਾਲੀ ਹੈ? ਸੁਖਪਾਲ ਸਿੰਘ ਦਾ ਜਵਾਬ ਹੀ ਨਹੀਂ ਸਾਡੇ ਇਸ ਇਲਾਕੇ ਦੇ ਵਿੱਚ, ਕਿਉਂਕਿ ਉਹ ਨਧੜਕ ਲੀਡਰ ਆ, ਹਰ ਇੱਕ ਨੂੰ ਸਾਥ। ਮੈਂ ਬਹੁਤੀ ਵੱਡੀ ਗੱਲ ਹੈ ਵੀ ਉਹਦਾ ਹਰ ਭਾਈਚਾਰੇ 'ਚ ਸਨਮਾਨ ਹੈ। ਉਹ ਹਰ ਇੱਕ ਨੂੰ ਆਪਣੇ ਪਰਿਵਾਰ ਵਾਂਗੂ ਸਮਝਦਾ, ਕਿਉਂਕਿ ਇਸ ਪਰਿਵਾਰ ਦਾ ਜਵਾਬ ਨਹੀਂ ਹੈ ਕੋਈ।
ਇੱਕ ਵੱਡੀ ਗੱਲ ਹੈ, ਇਹ ਇਮਾਨਦਾਰ ਨੇ। ਤੁਹਾਨੂੰ ਕੀ ਲੱਗਦਾ ਕਿਹੜਾ ਲੀਡਰ ਆਉਣਾ ਚਾਹੀਦਾ ਭਲੱਥ ਹਲਕੇ 'ਚ ਇਸ ਵਾਰ? ਚੰਗਾ ਹੀ ਆਉਣਾ ਚਾਹੀਦਾ, ਵਧੀਆ ਲੀਡਰ। ਮੁਕਾਬਲਾ ਕਿਹੜੇ ਲੀਡਰਾਂ ਦੇ ਵਿੱਚ ਦੇਖਦੇ ਹੋ? ਉਹਦੇ ਤਾਂ ਕੋਈ ਆਇਆ ਨਹੀਂ। ਉਹਨਾਂ ਨੇ ਲੀਡਰਾਂ ਨੇ ਔਕਾਤਾਂ ਆਪਣੀਆਂ ਦੇਖ ਲਈਆਂ ਨੇ, ਜਿਹੜੇ ਹਿਸਾਬ ਨਾਲ ਸ਼ਰਾਬਾਂ ਪਿੱਛੇ ਵਿਕ ਜਾਂਦੇ ਆ ਤੇ ਉਸ ਹਿਸਾਬ ਨਾਲ ਆਪਾਂ ਨੂੰ ਖਰੀਦ ਕੇ ਜਿੰਨਾ ਆਪਣੀ ਔਕਾਤ ਦੇ ਹਿਸਾਬ ਨਾਲ ਉਹਨੂੰ ਪਤਾ ਲੱਗ ਗਿਆ ਸਾਡੀ ਔਕਾਤ ਕੀ ਹੈਗੀ ਹੈ ਤੇ ਉਹਨਾਂ ਨੂੰ ਉਹ ਸਾਨੂੰ ਖਰੀਦ ਲੈਂਦੇ ਨੇ। ਤੇ ਯੂਥ ਕੀ ਸੋਚਦਾ, ਕਿਉਂਕਿ ਕਹਿੰਦੇ ਨੇ ਕਿ ਗਲੀਆਂ ਨਾਲੀਆਂ ਤੱਕ ਹਲੇ ਤੱਕ ਜਿਹੜੇ ਮੁੱਦੇ ਸੀਮਿਤ ਰਹਿ ਗਏ ਨੇ, ਤੁਹਾਨੂੰ ਲੱਗਦਾ ਕਿ ਇਹ ਮੁੱਦਿਆਂ ਨੂੰ ਹੁਣ ਉੱਪਰ ਉੱਠਣਾ ਚਾਹੀਦਾ ਲੋਕਾਂ ਨੂੰ? ਬਿਲਕੁਲ ਉੱਠਣਾ ਚਾਹੀਦਾ। ਅਜੇ ਤੱਕ ਤੇ ਇਹਨਾਂ ਸਾਲ ਆਜ਼ਾਦ ਹੋਇਆਂ ਨੂੰ ਹੋ ਗਏ ਨੇ, ਅਜੇ ਤੱਕ ਤੇ ਗਲੀਆਂ ਨਾਲੀਆਂ ਤੇ ਨਹੀਂ ਮੁੱਦੇ ਆਪਣੇ ਕੋਲ ਮੁੱਕ ਰਹੇ ਤੇ ਸਾਡੇ ਗਾਂਹ ਕੀ ਇਹਨਾਂ ਨੇ ਸਵਾਰਨਾ ਹੈਗਾ। ਸੁਖਪਾਲ ਸਿੰਘ ਖਹਿਰਾ ਇੱਥੇ ਹਲਕੇ ਦੇ ਵਿੱਚ ਮੌਜੂਦ ਨੇ ਇਸ ਵਾਰ। ਬੀਬੀ ਜਗੀਰ ਕੌਰ ਨੇ, ਰਾਣਾ ਰਣਜੀਤ ਸਿੰਘ ਨੇ। ਕੋਈ ਲੀਡਰ ਨਜ਼ਰ ਆਉਂਦਾ ਜਿਹੜਾ ਕੰਮ ਕਰਦਾ? ਲੀਡਰ ਸਾਰੇ ਦੇਖੇ ਹੋਏ, ਪਰਖੇ ਹੋਏ ਸਾਡੇ। ਹੁਣ ਫਿਰ ਇਹਨਾਂ ਲੀਡਰਾਂ ਦੇ ਉੱਪਰ ਚਾਹੁੰਦੇ ਹੋ ਕਿ ਲੋਕ ਭਰੋਸਾ ਜਤਾਉਣਗੇ ਜਾਂ ਨਵਾਂ ਲੀਡਰ ਚਾਹੁੰਦੇ ਹੋ ਇਸ ਵਾਰ ਹਲਕੇ 'ਚ? ਨਵਾਂ ਉਹ ਤਾਂ ਵਧੀਆ ਹੀ ਹੈ ਸਗੋਂ। ਮੁਕਾਬਲਾ ਸੁਖਪਾਲ ਸਿੰਘ ਖਹਿਰਾ ਤੇ ਬੀਬੀ ਜਗੀਰ ਕੌਰ 'ਚ ਹੀ ਮੇਨ ਆ ਜੀ। ਬਾਕੀ ਤਾਂ ਬਸ ਇੱਦਾਂ ਹੀ, ਬਾਕੀ ਕੋਈ ਵੀ ਆਵੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਆ। ਸਰ ਟੱਕਰ ਜਿਹਦੇ ਨਾਲ ਮਰਜ਼ੀ ਹੋਵੇ, ਜਿੱਤੇਗਾ ਸਰਦਾਰ ਸੁਖਪਾਲ ਸਿੰਘ ਖਹਿਰਾ ਹੀ। ਇਹ ਹੁਣ ਪਤਾ ਨਹੀਂ ਕਿਹੜਾ ਖਲੋ ਰਿਹਾ, ਅਕਾਲੀ ਦਲ ਨੂੰ ਬੀਬੀ ਜੀ ਖਲੋਂਦੇ ਨੇ ਜਾਂ ਯੁਵਰਾਜ ਜੀ ਖਲੋਂਦੇ ਨੇ। ਇਹ ਤੇ ਜਿੱਤ ਤੇ ਸਾਡੀ ਯਕੀਨੀ ਹੈ, 100% ਜਿੱਤ ਤੇ ਕੋਈ ਮੁਕਾਬਲਾ ਨਹੀਂ। ਪਿਛਲੀ ਵਾਰੀ ਯੁਵਰਾਜ ਖਲੋਤੇ ਸੀਗੇ ਤਾਂ ਇਸ ਵਾਰ ਜੇ ਬੀਬੀ ਜੀ ਆਪ ਖਲੋਂਦੇ ਨੇ ਤੇ ਲੱਗਦਾ ਕਿ ਇਹ ਟੱਕਰ ਜਿਹੜੀ ਉਹ ਸਖਤ ਹੋਊਗੀ ਥੋੜੀ? ਜੀ ਸਦਕੇ ਬੀਬੀ ਜੀ ਖਲੋਣ, ਪਰ ਅਸੀਂ ਨਹੀਂ ਮੰਨਦੇ ਕਿ ਟੱਕਰ ਸਕਦੇ। ਬੇਸ਼ੱਕ ਵਿਕਾਸ ਦੇ ਕੰਮਾਂ ਨੂੰ ਲੈ ਕੇ ਲੀਡਰ ਵੱਡੇ ਵੱਡੇ ਦਾਅਵੇ ਕਰ ਰਹੇ ਨੇ। ਕੋਈ ਲੀਡਰ ਕਹਿੰਦਾ ਕਿ ਇਹ ਕੰਮ ਸਾਡੀ ਸਰਕਾਰ ਦੇ ਵਿੱਚ ਹੋਇਆ ਹੈ ਤੇ ਕੋਈ ਲੀਡਰ ਕਹਿੰਦਾ ਕਿ ਇਹ ਕੰਮ ਸਾਡੀ ਸਰਕਾਰ ਦੇ ਵੱਲੋਂ ਕਰਵਾਇਆ ਗਿਆ। ਪਰ ਸੱਚਾਈ ਇਹ ਹੈ ਕਿ ਹਾਲੇ ਵੀ ਬਹੁਤ ਸਾਰਾ ਤੇ ਲੋਕ ਹਾਲੇ ਵੀ ਬੇਸਿਕ ਨੀਡਸ, ਗਲੀਆਂ ਨਾਲੀਆਂ ਤੇ ਸੀਵਰੇਜ ਦੀਆਂ ਸਮੱਸਿਆਵਾਂ ਦੇ ਵਿੱਚ ਫਸੇ ਹੋਏ ਨੇ। ਖੈਰ ਕਿੰਨਾ ਕੁ ਕੰਮ ਕੀਤਾ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਤੇ ਇਸ ਦਾ ਫੈਸਲਾ ਵੀ 2022 ਦੇ ਵਿੱਚ ਲੋਕ ਲੀਡਰਾਂ ਨੂੰ ਸੁਣਾ ਦੇਣਗੇ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਜਲਦ ਨਵੇਂ ਹਲਕੇ ਦਾ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਹਲਕਾ ਭਲੱਥ।